ਹਾਲ ਵਿੱਚ ਵਿਰਾਜਮਾਨ ਸਮੂਹ ਅਧਿਆਪਕ ਸਹਿਬਾਨ ਤੇ ਪਿਆਰੇ ਵਿਦਿਆਰਥੀ ਸਾਥੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਇਸ ਗੱਲ ਤੋਂ ਭਲੀ ਭਾਂਤੀ ਜਾਣੂ ਹਾਂ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ। ਇੱਥੇ ਕੇਂਦਰ ਤੇ ਰਾਜਾਂ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਅਪਣਾਈ ਗਈ ਹੈ, ਜਿਸ ਅਧੀਨ ਕੇਂਦਰ ਅਤੇ ਰਾਜ ਸਰਕਾਰਾਂ ਦਾ ਸੰਚਾਲਨ ਇੱਕੋ ਜਿਹੇ ਤਰੀਕੇ ਨਾਲ ਹੀ ਕੀਤਾ ਜਾਂਦਾ ਹੈ। ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਕੇਂਦਰ ਅਤੇ ਰਾਜਾਂ ਵਿੱਚ ਜਨਤਾ ਦੀ ਪ੍ਰਤੀਨਿਧਤਾ ਕਰਦੇ ਹਨ ਤੇ ਕੇਂਦਰ ਅਤੇ ਰਾਜ ਸਰਕਾਰਾਂ ਆਪਣੀ ਜਨਤਾ ਪ੍ਰਤੀ ਉੱਤਰਦਾਈ ਵੀ ਹੁੰਦੀਆਂ ਹਨ। ਸੋ ਇਸ ਪ੍ਰਕਿਰਿਆ ਅਧੀਨ ਸੰਸਦ ਤੇ ਰਾਜ ਵਿਧਾਨ ਸਭਾ ਦੀਆਂ ਸਮਾਗਮ ਸਮੇਂ-ਸਮੇਂ ਤੇ ਹੁੰਦੇ ਹਨ। ਇਸ ਸੰਦਰਭ ਵਿੱਚ ਹੀ ਹਾਲ ਵਿੱਚ ਹੀ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਆਯੋਜਿਤ ਕੀਤਾ ਗਿਆ ਸੀ। ਸੋ ਅੱਜ ਅਸੀਂ ਸੋਸ਼ਲ ਸਾਇੰਸ ਵਿਭਾਗ ਦੇ ਵਿਦਿਆਰਥੀ ਤੁਹਾਡੇ ਸਾਹਮਣੇ ਮੌਕ ਵਿਧਾਨ ਸਭਾ ਦੀ ਪੇਸ਼ਕਾਰੀ ਕਰਨ ਲਈ ਇਕੱਤਰ ਹੋਏ ਹਾਂ। ਸਾਡੇ ਸੱਜੇ ਪਾਸੇ ਸੱਤਾਧਾਰੀ ਪਾਰਟੀ ਦੀ ਭੂਮਿਕਾ ਨਿਭਾ ਰਹੇ ਵਿਦਿਆਰਥੀ ਮੌਜੂਦ ਹਨ ਅਤੇ ਖੱਬੇ ਪਾਸੇ ਵਿਰੋਧੀ ਧਿਰ ਹੈ। ਇਸ ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਪ੍ਰੋਗਰਾਮ ਦਾ ਤਰਤੀਬਵਾਰ ਵੇਰਵਾ ਦੱਸਣ ਜਾ ਰਹੀ ਹਾਂ। ਸਭ ਤੋਂ ਪਹਿਲਾਂ ਗਵਰਨਰ ਵੱਲੋਂ ਸਦਨ ਨੂੰ ਐਡਰੈਸ ਕੀਤਾ ਜਾਵੇਗਾ ਤੇ ਉਸ ਤੋਂ ਮਗਰੋਂ ਗਵਰਨਰ ਐਡਰੈਸ ਉੱਤੇ ਡਿਸਕਸ਼ਨ ਹੋਵੇਗੀ। ਇਸ ਤੋਂ ਬਾਅਦ ਕੁਐਸਚਨ ਆਰ ਭਾਵ ਪ੍ਰਸ਼ਨ ਕਾਲ ਸ਼ੁਰੂ ਹੋਵੇਗਾ। ਪ੍ਰਸ਼ਨ ਕਾਲ ਦੀ ਸਮਾਪਤੀ ਤੋਂ ਬਾਅਦ ਵਿੱਤ ਮੰਤਰੀ ਵੱਲੋਂ ਸਾਲ 2023 ਅਤੇ 24 ਦੇ ਬਜਟ ਦਾ ਵੇਰਵਾ ਵੀ ਪੜ੍ਹਿਆ ਜਾਵੇਗਾ। ਸੋ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਇਸ ਪ੍ਰੋਗਰਾਮ ਨੂੰ ਹੁਣ ਅਸੀਂ ਸ਼ੁਰੂ ਕਰਦੇ ਹਾਂ। ਧੰਨਵਾਦ। ਅਕਾਲ ਚਲਾਣਿਆਂ ਦਾ ਵਰਣਨ। ਪੰਜਾਬ ਵਿਧਾਨ ਸਭਾ ਦੇ ਸਮੇਂ ਦੌਰਾਨ ਕਈ ਸਤਿਕਾਰਯੋਗ ਸ਼ਖਸੀਅਤਾਂ ਸਾਡੇ ਤੋਂ ਵਿਛੜ ਗਈਆਂ ਹਨ। ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਤਰ ਹੋਏ ਹਾਂ। ਕੁਝ ਅਜਿਹੀਆਂ ਹੀ ਸ਼ਖਸੀਅਤਾਂ ਜੋ ਆਪਣੇ ਜੀਵਨ ਨੂੰ ਕੌਮ ਦੇ ਲੇਖੇ ਲਾ ਕੇ ਸਮਾਜ ਅਤੇ ਦੇਸ਼ ਦੀ ਸੇਵਾ ਵਿੱਚ ਵੱਡਮੁੱਲਾ ਯੋਗਦਾਨ ਪਾਉਂਦੇ ਹੋਏ ਸਾਨੂੰ ਸਦੀਵੀ ਵਿਛੋੜਾ ਦੇ ਗਈਆਂ ਹਨ। ਆਓ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾਂਜਲੀ ਭੇਟ ਕਰੀਏ। ਚੌਧਰੀ ਸੰਤੋਖ ਸਿੰਘ ਉਹ ਲੋਕ ਸਭਾ ਹਲਕਾ ਜਲੰਧਰ ਤੋਂ ਮੌਜੂਦਾ ਸੰਸਦ ਮੈਂਬਰ ਸਨ। ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਉਹ ਪੰਜਾਬ ਦੇ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਸਨ। ਸ਼੍ਰੀ ਪ੍ਰੀਤਮ ਸਿੰਘ ਉਹਨਾਂ ਨੇ ਭਾਰਤ ਛੱਡੋ ਅੰਦੋਲਨ ਵਿੱਚ ਭਾਗ ਲਿਆ ਸੀ। ਇਹਨਾਂ ਸਭਨਾਂ ਦੇ ਚਲੇ ਜਾਣ ਨਾਲ ਦੇਸ਼, ਰਾਜ ਅਤੇ ਸਾਨੂੰ ਨਾ ਪੂਰਿਆ ਹੋਣ ਵਾਲਾ ਘਾਟਾ ਪਿਆ ਅਤੇ ਅਸੀਂ ਇਹਨਾਂ ਦੀਆਂ ਸੇਵਾਵਾਂ ਤੋਂ ਵਾਂਝੇ ਹੋ ਗਏ। ਸਪੀਕਰ ਸਾਹਿਬ, ਪਿਛਲੇ ਦਿਨਾਂ ਸੀਰੀਆ ਤੇ ਤੁਰਕੀ ਵਿੱਚ ਭੂਚਾਲ ਆਇਆ ਸੀ। ਉੱਥੇ ਲਗਭਗ 50,000 ਤੋਂ ਵੱਧ ਲੋਕ ਫੌਤ ਹੋ ਗਏ। ਜੇਕਰ ਆਪਾਂ ਉਹਨਾਂ ਦੇ ਨਾਮ ਵੀ ਸੂਚੀ 'ਚ ਇਨਕਲੂਡ ਕਰ ਲਈਏ ਤੇ ਬਣਦੇ ਹੋਏ ਸ਼ੋਕ ਪੱਤਰ ਉਹਨਾਂ ਦੀਆਂ ਐਮਬੈਸੀਜ਼ ਨੂੰ ਭੇਜ ਸਕਦੇ ਹੋਈਏ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਵੇਗਾ। ਧੰਨਵਾਦ। ਅੱਜ ਦਾ ਜਿਹੜਾ ਸ਼ੋਕ ਪ੍ਰਸਤਾਵ ਸਮਾਗਮ ਹੈ ਇਹ ਪਿਛਲੇ ਸੈਸ਼ਨ ਤੋਂ ਲੈ ਕੇ ਹੁਣ ਤੱਕ ਦੀਆਂ ਜਿਹੜੀਆਂ ਸ਼ਖਸੀਅਤਾਂ ਵਿਛੜੀਆਂ ਉਹਨਾਂ ਪ੍ਰਤੀ ਸ਼ਰਧਾਂਜਲੀ ਦਾ ਵਰਣਨ ਹੈ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਇਹਨਾਂ ਵਿਛੜੀਆਂ ਸ਼ਖਸੀਅਤਾਂ ਦੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ। ਜੇਕਰ ਸਦਨ ਦੀ ਸਹਿਮਤੀ ਹੋਏ ਤਾਂ ਸ਼ੋਕ ਪ੍ਰਸਤਾਵ ਸਾਰੀਆਂ ਵਿਛੜੀ ਸ਼ਖਸੀਅਤਾਂ ਦੇ ਪਰਿਵਾਰਾਂ ਨੂੰ ਭੇਜ ਦਿੱਤੇ ਜਾਣ। ਹੁਣ ਮੈਂ ਸਮੂਹ ਮੈਂਬਰ ਸਹਿਬਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਵਿਛੜੀਆਂ ਯਾਦਾਂ ਦੇ ਰੂਹ ਲਈ ਮੌਨ ਧਾਰਨ ਕਰਨ ਲਈ ਖੜੇ ਹੋਈਏ। ਧੰਨਵਾਦ ਜੀ। ਹੁਣ ਗਵਰਨਰ ਵੱਲੋਂ ਸਦਨ ਨੂੰ ਐਡਰੈਸ ਕੀਤਾ ਜਾਏਗਾ। ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਨ ਦੇ ਨਿਯਮ 8 ਦੀ ਪੈਰਵੀ ਵਿੱਚ ਮੈਂ ਆਪ ਨੂੰ ਦੱਸਣਾ ਚਾਹੁੰਦਾ ਕਿ ਰਾਜਪਾਲ ਜੀ ਨੇ ਸੰਵਿਧਾਨ ਦੇ ਅਨੁਛੇਦ 176 ਕਲੋਜ਼ 1 ਦੇ ਅਧੀਨ ਪੰਜਾਬ ਵਿਧਾਨ ਸਭਾ ਨੂੰ ਭਾਸ਼ਣ ਦੇਣ ਦੀ ਕਿਰਪਾਲਤਾ ਕੀਤੀ ਹੈ। ਭਾਸ਼ਣ ਦੀ ਕਾਪੀ ਸਦਨ ਦੇ ਮੇਜ਼ ਤੇ ਰੱਖੀ ਗਈ ਹੈ। Honorable Mr. Speaker and respected members, I am glad to be back here with you in this august house on the opening day of the 4th session of the 16th Punjab Vidhan Sabha. It is heartening to know that with the cooperation of all of you, my government is going to successfully complete its first year in the coming days. During this journey,
my government has made arduous efforts to rejuvenate the glory of Punjab. As the people of Punjab gave my government an opportunity to serve them for the first time, we began with the goal of delivering on all our promises, notwithstanding severe financial constraints. The motto of my government is to provide its people a transparent governance, and for this, my government has adopted a zero tolerance policy towards corruption. My government is committed to provide employment to the youth of the state. My government believes that health and education form bedrock for human and social development and stands committed to strengthen and expand these two critical sectors. As promised to the people of state, my government has started armed army clinics across the state. My government remains committed to uplift education in the state. Point of order, sir. Sir, ਤੁਹਾਡੇ ਵੱਲੋਂ ਵਾਰ-ਵਾਰ ਮੇਰੀ ਸਰਕਾਰ ਸ਼ਬਦ ਵਰਤਿਆ ਜਾ ਰਿਹਾ ਹੈ, ਜਦ ਕਿ ਆਪ ਸਰਕਾਰ ਤੁਹਾਨੂੰ ਸਿਲੈਕਟਡ ਆਖਦੀ ਹੈ ਤੇ ਤੁਹਾਡਾ ਸਤਿਕਾਰ ਵੀ ਨਹੀਂ ਕਰਦੀ। ਸੋ ਤੁਸੀਂ ਵੀ ਮੇਰੀ ਸਰਕਾਰ ਸ਼ਬਦ ਨਾ ਵਰਤੋ। Okay, I will not use the word my government. I will just say my government. ਤੁਸੀਂ ਵਿਰੋਧੀ ਧਿਰ ਦੀਆਂ ਗੱਲਾਂ ਨਾ ਸੁਣੋ ਜੀ, ਤੁਸੀਂ ਮੇਰੀ ਸਰਕਾਰ ਦੀ ਸ਼ਬਦ ਦੀ ਵਰਤੋਂ ਕਰੋ। I am just reading the report given by the cabinet while keeping in mind the constitutional traditions. In order to improve the quality of education in the state, my government has notified a policy of welfare of ad hoc, contractual, temporary teachers and other employees working in school education. Before I conclude, I compliment all the honorable members for actively participating in the activities of this august house. I am confident that you all will serve Punjab and its people with utmost dedication and sincerity, and will cooperate with my government in its endeavour to take the state forward on the path of development and make it corruption free. As I wish you all the success in your deliberations, and I am sanguine that we all will work together step by step to re-establish Bangla Punjab. Jai Hind. ਹੁਣ ਗਵਰਨਰ ਐਡਰੈਸ ਤੇ ਡਿਸਕਸ਼ਨ ਹੋਏਗੀ। ਹਾਂਜੀ ਮੀਤਰ ਜੀ। ਸਪੀਕਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਮੈਨੂੰ ਗਵਰਨਰ ਸਾਹਿਬ ਦੇ ਭਾਸ਼ਣ ਤੇ ਬੋਲਣ ਦਾ ਮੌਕਾ ਦਿੱਤਾ। ਸਾਡਾ ਗਵਰਨਰ ਐਡਰੈਸ ਅੱਛਾ ਇਸ ਕਰਕੇ ਹੈ ਕਿਉਂਕਿ ਅਸੀਂ ਜੋ ਕਿਹਾ ਸੀ ਅਸੀਂ ਕਰਕੇ ਦਿਖਾਇਆ ਹੈ। ਇੱਧਰ ਸਾਡੇ ਮੁੱਖ ਮੰਤਰੀ ਸਾਹਿਬ ਇੱਕ ਦਿਨ ਵਿੱਚ 5 ਵਾਰ ਵਿੱਚ ਪੰਜਾਬ ਜਾਂਦੇ ਨੇ। ਸਪੀਕਰ ਸਾਹਿਬ ਹੁਣ ਤਾਂ ਪੁਆਇੰਟ ਆਫ ਆਰਡਰ ਦੇ ਦਿਓ ਜੀ। Let him complete. He is about to conclude. ਸਪੀਕਰ ਸਾਹਿਬ, ਮੈਂ ਕਨਕਲੂਡ ਕਰ ਰਹੇ ਹਾਂ। ਸਪੀਕਰ ਸਾਹਿਬ, ਪੰਜਾਬ ਦੇ 3 ਕਰੋੜ ਲੋਕ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਜਾਣਦੇ ਨੇ ਤੇ ਪੁਰਾਣਿਆਂ ਨੂੰ ਵੀ ਜਾਣਦੇ ਹੀ ਨੇ। ਅੱਜ ਹਰ ਇੱਕ ਕੋਈ ਵੀ ਪੰਜਾਬੀ ਇਹ ਗੱਲ ਕਹਿ ਸਕਦਾ, ਭਾਵੇਂ ਪੰਜਾਬ ਵਿੱਚ ਬੈਠਾ ਹੋਵੇ ਚਾਹੇ ਉਹ ਪੰਜਾਬ ਤੋਂ ਬਾਹਰ ਬੈਠਾ ਹੋਵੇ, ਕਿ ਸਾਡੇ ਮੁੱਖ ਮੰਤਰੀ ਸਾਹਿਬ ਦੀ ਨੀਤ ਵਿੱਚ ਕੋਈ ਖੋਟ ਨਹੀਂ ਸੀ। ਪਰ ਜਿਹੜੇ ਸਾਬਕਾ ਮੁੱਖ ਮੰਤਰੀ ਰਹਿ ਕੇ ਗਏ ਨੇ ਉਹਨਾਂ ਦੀ ਨੀਤਾਂ ਵਿੱਚ ਖੋਟ ਸੀ। ਇਸੇ ਕਰਕੇ ਅੱਜ ਪੰਜਾਬ ਦਾ ਇਹ ਹਾਲ ਹੈ। ਇੱਥੇ ਕਰਜ਼ਾ ਵੀ ਚੜਿਆ ਹੈ ਤੇ ਇਸੇ ਕਰਕੇ ਇਦਾਂ ਦੇ ਹਾਲਾਤਾਂ ਵਿੱਚੋਂ ਲੰਘ ਰਿਹਾ ਹੈ। ਸਪੀਕਰ ਸਾਹਿਬ, ਅਸੀਂ ਕੋਈ ਸਾਈਕਲ ਤਾਂ ਹੈ ਨਹੀਂ ਕਿ ਜਿਹਨੂੰ ਇੱਕੋ ਦਮ ਮੋੜ ਕੇ ਦੂਜੇ ਪਾਸੇ ਕਰ ਦਿਓਗੇ। ਧੰਨਵਾਦ। ਹਾਂਜੀ ਅਵਤਾਰ ਸਿੰਘ ਜੂਨੀਅਰ ਜੀ, ਹੁਣ ਤੁਸੀਂ ਆਪਣੀ ਗੱਲ ਰੱਖੋ। ਸਰ, ਮੈਂ ਐਮਐਸਪੀ ਬਾਰੇ ਗੱਲ ਕਰਨੀ ਚਾਹੁੰਦਾ। ਮੁੱਖ ਮੰਤਰੀ ਸਾਹਿਬ ਨੇ ਐਮਐਸਪੀ 7275 ਰੁਪਏ ਪ੍ਰਤੀ ਕੁਇੰਟਲ ਕਹੀ ਸੀ। ਉਹਨਾਂ ਕਿਹਾ ਸੀ ਅਗਰ ਡਿਫਰੈਂਸ ਹੈ, ਅਗਰ 7000 ਰੁਪਏ ਪ੍ਰਤੀ ਕੁਇੰਟਲ ਪ੍ਰਾਈਵੇਟ ਪਲੇਅਰ ਨੇ ਬਾਈ ਕੀਤੀ ਹੈ ਤਾਂ 275 ਰੁਪਏ ਗਵਰਨਮੈਂਟ ਉਸ ਨੂੰ ਕੰਪਨਸੇਟ ਕਰੇਗੀ। ਅਗਰ 6500 ਰੁਪਏ ਪ੍ਰਤੀ ਕੁਇੰਟਲ ਮੂੰਗ ਦੀ ਦਾਲ ਪ੍ਰਾਈਵੇਟ ਪਲੇਅਰ ਨੇ ਬਾਈ ਕੀਤੀ ਹੈ ਤਾਂ 775 ਰੁਪਏ। ਅਗਰ 6000 ਰੁਪਏ ਪ੍ਰਤੀ ਕੁਇੰਟਲ ਵੇਚੀ ਗਈ ਤਾਂ 1000 ਰੁਪਏ ਤੱਕ ਸਰਕਾਰ ਕੰਪਨਸੇਟ ਕਰੇਗੀ। ਕਿ ਗਵਰਨਮੈਂਟ ਨੇ ਕੰਪਨਸੇਸ਼ਨ ਦੇ ਦਿੱਤੀ ਹੈ ਕਿ ਨਹੀਂ, ਮੰਤਰੀ ਸਾਹਿਬ ਇਹਨਾਂ को ਦੱਸ ਦੇਣ। ਇਹ ਦਿੱਤੀ ਹੈ ਜੀ। ਸਰ, ਜੇ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਦਿੱਤੀ ਹੈ ਤਾਂ ਫਿਰ ਇਹ ਦੱਸ ਦੇਣ ਕਿੰਨੀ ਦਿੱਤੀ ਹੈ। ਚਲੋ ਜੀ, ਹੁਣ ਬੋਲ ਰਹੇ ਨੇ ਤਾਂ ਦੱਸ ਦੇਣਗੇ। ਸਰ, ਮੈਂ ਮੈਨੀਫੈਸਟੋ ਦੀ ਗੱਲ ਕਰ ਰਹੀ ਹਾਂ। ਉਹੀ ਵਾਲਾ ਮੈਨੀਫੈਸਟੋ ਜਿਹੜਾ 5 ਸਾਲ ਪਹਿਲਾਂ ਕਾਂਗਰਸ ਨੇ ਦਿੱਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕੈਪਟਨ ਨੇ ਸਹੁੰ ਚੁੱਕੀ ਹਰ ਘਰ ਨੌਕਰੀ ਪੱਕੀ, ਫਸਲ ਦੀ ਪੂਰੀ ਰਕਮ। ਤੇ ਉਸ ਤੋਂ ਇਹੀ ਵਾਲਾ ਮੈਨੀਫੈਸਟੋ ਕਿੱਥੇ ਹੈ ਹੁਣ? ਇਹ ਉਹੀ ਮੈਨੀਫੈਸਟੋ ਦੀ ਗੱਲ ਕਰ ਰਹੇ ਹਾਂ ਜਿਹੜਾ ਪੰਚੋਣਾ ਤੋਂ ਪਹਿਲਾਂ ਦਿੱਤਾ ਜਾਂਦਾ ਸੀ। ਸਾਡੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਕਿਹਾ ਸੀ। ਸਰ, ਫਲੋਰ ਆਫ ਦੀ ਹਾਊਸ ਗੇਟ ਹਾਊਸ ਜ਼ਿਆਦਾ ਜ਼ਰੂਰੀ ਹੈ, ਮੈਨੀਫੈਸਟੋ ਜ਼ਿਆਦਾ ਜ਼ਰੂਰੀ ਹੈ? ਮੈਂਬਰ ਸਾਹਿਬ, 1 ਮਿੰਟ ਮੈਨੂੰ ਜਵਾਬ ਦੇਣ ਦਿਓ। ਕਿਸਾਨਾਂ ਨੂੰ ਮਾਰਕੀਟ ਵਿੱਚ ਮੂੰਗੀ ਦੇ ਐਮਐਸਪੀ ਦਾ ਭਾਅ ਨਹੀਂ ਮਿਲਿਆ। ਉਹ ਸਾਰੇ 11% ਕਿਸਾਨ ਸੀ। ਉਹਨਾਂ ਨੂੰ ਸਾਡੀ ਸਰਕਾਰ ਨੇ 11% ਐਮਐਸਪੀ ਦਿੱਤੀ ਹੈ। सर, 11% एमएसपी चुकी गई है। स्पीकर साहब, मेरी हम्बल रिक्वेस्ट है जी, ये हाउस में मिसगाइड कर रहे हैं। ਹੋ ਗਿਆ ਹੈ ਜੀ। ਹਾਂਜੀ ਹਾਂਜੀ ਮੰਤਰੀ ਜੀ, ਧੰਨਵਾਦ ਸਾਹਿਬ। ਤੁਸੀਂ ਦੱਸੋ।
ਸਪੀਕਰ ਸਾਹਿਬ ਇਹ ਮੈਂਬਰ ਸਾਹਿਬ ਹਾਊਸ ਨੂੰ ਗਲਤ ਇਨਫੋਰਮੇਸ਼ਨ ਦੇ ਰਹੇ ਨੇ। ਲਿਆਓ ਕਿਹੜਾ ਬੰਦਾ ਹੈ ਜਿਸ ਨੂੰ ਮੂੰਗੀ ਤੇ ਐਮਐਸਪੀ ਨਹੀਂ ਮਿਲੀ? ਤੁਸੀਂ ਦੱਸੋ ਕਿੰਨੀ ਦਿੱਤੀ ਹੈ? ਅਸੀਂ ਦਿੱਤੀ ਹੈ, ਕਿੰਨੀ ਅਸੀਂ ਟੋਟਲ ਦਿੱਤੀ ਹੈ। ਕਿੰਨੀ ਅਮਾਉਂਟ ਦਿੱਤੀ ਹੈ? ਸਰ ਕੋਈ ਪੰਜਾਬ ਦਾ ਕਿਸਾਨ ਕਹਿ ਦੇਵੇ। ਮੇਰੀ ਗੱਲ ਸੁਣੋ, ਤੁਸੀਂ ਚੇਅਰ ਨੂੰ ਐਡਰੈਸ ਕਰੋ। ਸਪੀਕਰ ਸਾਹਿਬ ਪੰਜਾਬ ਦਾ ਕੋਈ ਵੀ ਕਿਸਾਨ ਲਿਆਓ ਜਿੱਥੇ ਮਦਦ ਨਾ ਮਿਲੀ ਹੋਵੇ। ਸਪੀਕਰ ਸਾਹਿਬ ਇਹ ਪੰਜਾਬ ਦਾ ਕੋਈ ਵੀ ਕਿਸਾਨ ਲਿਆ ਕੇ ਮੇਰੇ ਕੋਲ ਖੜਾ ਕਰ ਦੇ ਜਿਸ ਨੂੰ ਐਮਐਸਪੀ ਨਹੀਂ ਮਿਲੀ। ਮੰਤਰੀ ਜੀ ਮੇਰੇ ਕੋਲ ਆਰਟੀਆਈ ਦੀ ਇਨਫੋਰਮੇਸ਼ਨ ਹੈ। ਖੈਰਾ ਸਾਹਿਬ ਤੁਸੀਂ ਹਲੇ ਬੋਲਣਾ ਹੈ, ਉਦੋਂ ਗੱਲ ਕਰ ਲੈਣਾ। ਖੈਰਾ ਸਾਹਿਬ ਅਸੀਂ ਸਭ ਨੂੰ ਐਮਐਸਪੀ ਦਿੱਤੀ ਹੈ, ਤੁਸੀਂ ਲਿਆਓ ਕੋਈ ਕਿਸਾਨ। ਮੰਤਰੀ ਜੀ ਤੁਸੀਂ ਚੇਅਰ ਨੂੰ ਐਡਰੈਸ ਕਰੋ। ਸਪੀਕਰ ਸਾਹਿਬ ਪੰਜਾਬ ਦੇ ਕਿਸਾਨ ਸੁਣ ਰਹੇ ਨੇ, ਸਾਰਾ ਹਾਊਸ ਸੁਣ ਰਿਹਾ ਹੈ। ਮੈਂ ਬਤੌਰ ਖੇਤੀਬਾੜੀ ਮੰਤਰੀ ਸਭ ਨੂੰ ਕਹਿਣਾ ਚਾਹੁੰਦਾ ਕਿ ਜਿਸ ਨੂੰ ਐਮਐਸਪੀ ਦੇ ਪੈਸੇ ਨਹੀਂ ਮਿਲੇ ਆਓ ਸਾਡੇ ਕੋਲ, ਅਸੀਂ ਦੇਵਾਂਗੇ। ਇਹ ਕੋਈ ਗੱਲ ਥੋੜੀ ਹੈ ਕਿ ਤੁਸੀਂ ਸਦਨ ਨੂੰ ਗਲਤ ਜਾਣਕਾਰੀ ਦੇ ਰਹੇ ਹੋ। ਧਾਲੀਵਾਲ ਸਾਹਿਬ ਤੁਸੀਂ ਚੇਅਰ ਨੂੰ ਐਡਰੈਸ ਕਰੋ। ਸਪੀਕਰ ਸਾਹਿਬ ਇੱਕ ਹੋਰ ਮੁੱਦਾ, ਜਿਹੜਾ ਖੈਰਾ ਸਾਹਿਬ ਵਾਰ-ਵਾਰ ਟਵੀਟ ਕਰਦੇ ਰਹਿੰਦੇ ਨੇ, ਇਹ ਮੈਨੂੰ ਵੀ ਕਹਿ ਦਿੰਦੇ ਨੇ ਕਿ ਮੰਤਰੀ ਉੱਥੇ ਕਿਉਂ ਨਹੀਂ ਜਾਂਦਾ। ਆ ਸਾਡੇ ਦੂਜੇ ਰਾਜ ਸਭਾ ਦੇ ਮੈਂਬਰ ਸ਼੍ਰੀ ਅਸ਼ੋਕ ਮਿੱਤਲ ਜੀ ਲਵਲੀ ਯੂਨੀਵਰਸਿਟੀ ਵਾਲੇ, ਮੈਂ ਸਾਰੀ ਫਾਈਲ ਲੈ ਕੇ ਆਇਆ ਹਾਂ ਖੈਰਾ ਸਾਹਿਬ। ਜਿਹੜੇ ਮੁੱਦੇ ਦੀ ਤੁਸੀਂ ਗੱਲ ਕਰਦੇ ਹੋ ਉਸ ਯੂਨੀਵਰਸਿਟੀ ਦੇ ਅੰਦਰ 3 ਕਨਾਲ ਤੋਂ ਵੱਧ ਉਹ ਜਿਹੜੇ ਰਸਤੇ ਪਏ ਨੇ, ਜਿਨ੍ਹਾਂ ਨੇ ਜ਼ਮੀਨ ਖਰੀਦੀ ਹੈ, ਜਿਹੜੇ ਰਸਤੇ ਪਏ ਵਧੇ ਹਨ, ਜੇ ਇਸ ਤੋਂ ਬਿਨਾਂ ਖੈਰਾ ਸਾਹਿਬ ਸਾਫ਼ ਦੱਸ ਦੇਣ ਕਿ ਉਸਦੇ ਥੱਲੇ ਕੋਈ ਜ਼ਮੀਨ ਹੈ ਤਾਂ ਤੁਹਾਡੇ ਸਾਹਮਣੇ ਖੜਾ ਜੋ ਮਰਜ਼ੀ ਸਜ਼ਾ ਦੇ ਦਿਓ। ਖੈਰਾ ਸਾਹਿਬ ਇਹ ਪੇਪਰ ਮੇਰੇ ਕੋਲ ਨੇ। ਸਪੀਕਰ ਸਾਹਿਬ ਖੈਰਾ ਸਾਹਿਬ ਇੱਕ ਮਿੰਟ ਬੈਠੋ, ਗੱਲ ਸੁਣ ਲਓ ਮੇਰੀ, ਬੈਠ ਜਾਓ। ਮੰਤਰੀ ਜੀ ਤੁਸੀਂ ਚੇਅਰ ਨੂੰ ਐਡਰੈਸ ਕਰੋ। ਖੈਰਾ ਸਾਹਿਬ ਬੜੇ ਸਿਆਣੇ ਨੇ, ਖੈਰਾ ਸਾਹਿਬ ਗੱਲਾਂ 'ਚ ਬੜੇ ਸਿਆਣੇ ਨੇ। ਸਾਡੇ ਖੈਰਾ ਸਾਹਿਬ ਬਹੁਤ ਹੀ ਜ਼ਿਆਦਾ ਸਿਆਣੇ ਨੇ। ਕਿਸੇ ਵੀ ਮੈਂਬਰ ਦੇ ਬਾਰੇ ਪਰਸਨਲ ਕਮੈਂਟ ਨਾ ਕੀਤੇ ਜਾਣ। ਮੰਤਰੀ ਜੀ ਤੁਸੀਂ ਚੇਅਰ ਨੂੰ ਐਡਰੈਸ ਕਰੋ। ਸਪੀਕਰ ਸਾਹਿਬ ਪਿਛਲੇ ਸਾਲ ਖੈਰਾ ਸਾਹਿਬ ਨੇ ਕਿਹਾ ਸੀ ਧਾਲੀਵਾਲ ਸਾਹਿਬ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ, ਤੁਸੀਂ ਕਰੋ ਕਬਜ਼ੇ ਛੁਡਵਾਓ। ਖੈਰਾ ਸਾਹਿਬ ਪਿਛਲੇ ਸਾਲ ਕਿਹਾ ਸੀ ਨਾ। ਮੈਨੂੰ ਜਵਾਬ ਤਾਂ ਦੇਣ ਦਿਓ। ਖੈਰਾ ਸਾਹਿਬ ਬੈਠੋ ਮੇਰੇ ਨਾਲ। ਖੈਰਾ ਸਾਹਿਬ ਬੈਠੋ ਮੇਰੇ ਨਾਲ ਗੱਲ ਸੁਣੋ। ਸਪੀਕਰ ਸਾਹਿਬ ਇਹਨਾਂ ਨੇ ਪਿਛਲੀ ਵਾਰ ਕਿਹਾ ਸੀ ਧਾਲੀਵਾਲ ਸਾਹਿਬ ਮੈਂ ਤੁਹਾਡੇ ਨਾਲ ਹਾਂ। ਮੰਤਰੀ ਜੀ ਤੁਸੀਂ ਸੁਣ ਲਓ। ਖੈਰਾ ਸਾਹਿਬ ਤੁਸੀਂ ਬੈਠੋ। ਉਹਨਾਂ ਨੂੰ ਗੱਲ ਤਾਂ ਪੂਰੀ ਕਰ ਲੈਣ ਦਿਓ। ਮੰਤਰੀ ਜੀ ਗੱਲ ਕੰਕਲੂਡ ਕਰੋ। ਸਪੀਕਰ ਸਾਹਿਬ ਮੈਂ ਟਵੀਟ ਨਹੀਂ ਕਰਦਾ, ਮੈਂ ਤਾਂ ਪ੍ਰੈਕਟੀਕਲ ਬੰਦਾ, ਮੈਨੂੰ ਟਵੀਟ ਚਲਾਉਣੇ ਵੀ ਨਹੀਂ ਆਉਂਦੇ। ਇਹ ਪਤਾ ਨਹੀਂ ਕਿਵੇਂ ਕਰ ਲੈਂਦੇ ਨੇ, ਕਿਹੜੀ ਗੱਲ ਕਿੱਧਰ ਨੂੰ ਲੈ ਜਾਂਦੇ ਨੇ। ਆਪਾਂ ਤਾਂ ਪ੍ਰੈਕਟੀਕਲ ਬੰਦੇ ਆ। ਖੈਰਾ ਸਾਹਿਬ ਤੁਹਾਨੂੰ ਕਈ ਬੇਨਤੀ ਹੈ ਤੁਸੀਂ ਆਪਣੇ ਪਿੰਡ ਦੇ ਕਬਜ਼ੇ ਛੁਡਵਾਓ। ਸਾਰੀ ਆਖਰੀ ਗੱਲ ਕਰੋ। ਖੈਰਾ ਸਾਹਿਬ ਜੇਕਰ ਤੁਹਾਡੀ ਤਸੱਲੀ ਹੋਗੀ ਤਾਂ ਠੀਕ ਹੈ, ਸਾਰਾ ਮੀਡੀਆ ਬੈਠਾ ਹੈ, ਚੰਡੀਗੜ੍ਹ ਦਾ ਵੀ ਮੀਡੀਆ ਬੈਠਾ ਹੈ, ਇਹਨਾਂ ਨੂੰ ਨਾਲ ਲੈ ਚੱਲਦੇ ਆ। ਸਰ ਮੈਨੂੰ ਬੋਲਣ ਤਾਂ ਦਿਓ। ਪ੍ਰੈਕਟੀਕਲੀ ਤੁਹਾਡੀ ਤਸੱਲੀ ਕਰਵਾ ਕੇ ਲਿਆਵਾਂਗਾ। ਕਾਂਗਰਸ ਪਾਰਟੀ ਨੇ ਜਾਣਾ ਨਹੀਂ ਸੀ ਅੱਜ। ਧਾਲੀਵਾਲ ਸਾਹਿਬ ਚੇਅਰ ਨੂੰ ਐਡਰੈਸ ਕਰੋ ਜੀ। ਇਹ ਅੱਜ ਦਾ ਵਾਅਦਾ ਹੀ ਪੂਰਾ ਕਰ ਰਹੇ ਨੇ ਕਿ ਜਦੋਂ ਮੁੱਖ ਮੰਤਰੀ ਆਊਗਾ ਹੀ ਚੱਲ ਜਾਾਂਗੇ। ਸਭ ਸਤਿਕਾਰਯੋਗ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਚੇਅਰ ਨੂੰ ਐਡਰੈਸ ਕਰਨ। ਹੁਣ ਮੁੱਖ ਮੰਤਰੀ ਸਾਹਿਬ ਗਵਰਨਰ ਐਡਰੈਸ ਤੇ ਬੋਲਣ। ਸਪੀਕਰ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਇਸ ਪਵਿੱਤਰ ਸਦਨ ਦੇ ਵਿੱਚ ਬੋਲਣ ਦਾ ਮੌਕਾ ਦਿੱਤਾ ਹੈ। ਔਰ ਸਪੀਕਰ ਸਾਹਿਬ ਬਹੁਤ ਸਾਰੇ ਮੁੱਦੇ ਇਹੋ ਜਿਹੇ ਨੇ ਜਿਹੜੇ ਇੱਥੇ ਡਿਸਕਸ ਕਰਨ ਵਾਲੇ ਨੇ। ਖੈਰਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣਾ ਸਮਾਨ ਚੁੱਕਣ ਲੱਗੇ ਨੇ। ਬੈਠੋ ਖੈਰਾ ਸਾਹਿਬ ਬੈਠੋ, ਤੁਸੀਂ ਬੈਠਣ ਦਾ ਵਾਅਦਾ ਕੀਤਾ ਸੀ ਇਸ ਲਈ ਬੈਠੋ। ਹਾਂਜੀ ਸਪੀਕਰ ਸਾਹਿਬ ਜਲਦੀ ਕਰੋ, ਕੋਈ ਵਿਕਾਸ ਦੀਆਂ ਗੱਲਾਂ ਕਰੀਏ ਜੀ, ਕੋਈ ਸਿਆਣੀਆਂ ਗੱਲਾਂ ਕਰੀਏ। ਸੋ ਜੋ ਹੁਣ ਤੱਕ ਕਾਂਗਰਸ ਪਾਰਟੀ ਨੇ ਕੀਤਾ ਇਸੇ ਕਰਕੇ ਇੱਧਰ ਵਾਲੇ ਪਾਸੇ ਬੈਠੇ, ਨਹੀਂ ਸਾਨੂੰ ਕੀ ਲੋੜ ਸੀ। ਸਪੀਕਰ ਸਾਹਿਬ ਆਪਾਂ ਖੇਤੀ ਤੋਂ ਸ਼ੁਰੂ ਕਰ ਲੈਂਦੇ ਹਾਂ ਜੀ, ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਤੇ ਇਹ 'ਚ ਕੋਈ ਸ਼ੱਕ ਨਹੀਂ ਕਿ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਉੱਤਮ ਖੇਤੀ, ਮੱਧਮ ਵਪਾਰ ਤੇ ਨਖਦ ਚਾਕਰੀ, ਉਸ ਵੇਲੇ ਕਿਸਾਨ ਦੀ ਹਾਲਤ ਬਹੁਤ ਵਧੀਆ ਹੋਈ, ਕਿਉਂਕਿ ਗੁਰੂ ਸਾਹਿਬ ਜੋ ਸਮਾਜ ਦੇ ਵਿੱਚ ਵੇਖਦੇ ਸੀ ਉਹੀ ਉਚਰਦੇ ਸੀ ਤੇ ਉਹੀ ਬਾਣੀ ਦੇ ਵਿੱਚ ਲਿਖਦੇ ਸੀ। ਇਸੇ ਲਈ ਉਹਨਾਂ ਨੇ ਕਿਹਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਔਰ ਉਹਨਾਂ ਨੇ ਕਿਹਾ ਕਿ ਤਿੰਨੋਂ ਚੀਜ਼ਾਂ ਸਾਂਭ ਕੇ ਰੱਖਣਾ, ਕਿਉਂਕਿ ਗੁਰੂ ਸਾਹਿਬ ਜਾਣੀ ਜਾਣ ਸੀ। ਪਰ ਅੱਜ ਇਸ ਤੋਂ ਬਿਲਕੁਲ ਉਲਟ ਹੋ ਰਿਹਾ ਜੀ। ਕਿਉਂ ਹੋ ਰਿਹਾ ਹੈ? ਕਿਉਂਕਿ ਕਿਸਾਨਾਂ ਨੂੰ ਉਹਨਾਂ ਦੇ ਹੱਕ ਦਿੱਤੇ ਹੀ ਨਹੀਂ ਗਏ ਜੀ, ਕਿਸਾਨਾਂ ਨੂੰ ਕੋਈ ਦੱਸਣ ਹੀ ਨਹੀਂ ਆਇਆ, ਉਹਨਾਂ ਨੂੰ ਕਿਸੇ ਨੇ ਸਮਝਾਇਆ ਹੀ ਨਹੀਂ ਜੀ। ਔਰ ਅੱਜ ਅਸੀਂ ਚਾਕਰੀ ਕਰਨ ਲਈ, ਜਿਹਨੂੰ ਤਿੰਨਾਂ ਚੀਜ਼ਾਂ ਵਿੱਚੋਂ ਤੀਜੇ ਨੰਬਰ ਤੇ ਰੱਖਿਆ ਗਿਆ, ਉਹ ਚਾਕਰੀ ਕਰਨ ਲਈ ਅਸੀਂ ਆਪਣੀ ਜ਼ਮੀਨ ਵੇਚਣ ਨੂੰ ਤਿਆਰ ਹਾਂ, ਖੇਤੀ ਛੱਡਣ ਨੂੰ ਤਿਆਰ ਹਾਂ ਜੀ। ਕਿਉਂ? ਕਿਉਂਕਿ ਕਿਸਾਨ ਨੂੰ ਕਿਸੇ ਨੇ ਦੱਸਿਆ ਹੀ ਨਹੀਂ, ਜੇ ਆਪਾਂ ਠੇਠ ਪੰਜਾਬੀ ਚ ਕਹੀਏ ਕਿ ਤੂੰ ਝੋਟੇ ਦੇ ਸਿਰ ਵਰਗੀ ਧਰਤੀ ਦਾ ਮਾਲਕ ਹੈ ਜਿਹੜੀ ਇੱਕ ਸਾਲ ਚ 150 ਮਣ ਦਾਣੇ ਪੈਦਾ ਕਰ ਦਿੰਦੀ ਆ। ਸਪੀਕਰ ਸਾਹਿਬ 90 ਮਣ ਝੋਨਾ ਤੇ 60 ਮਣ ਕਣਕ ਸਾਡੀ ਧਰਤੀ ਅੱਜ ਵੀ ਪੈਦਾ ਕਰਦੀ ਹੈ।
ਔਰ ਕਿਸਾਨ ਨੂੰ ਕਿਸੇ ਨੇ ਦੱਸਿਆ ਹੀ ਨਹੀਂ ਜੀ। ਸਰਕਾਰਾਂ ਨੇ ਕਿਸਾਨ ਵੱਲ ਧਿਆਨ ਹੀ ਨਹੀਂ ਦਿੱਤਾ ਜੀ। ਔਰ ਅਸੀਂ ਖੁਦ ਖੇਤੀ ਕਰਦੇ ਰਹੇ ਹਾਂ, ਹਰ ਤਰ੍ਹਾਂ ਦੀ ਖੇਤੀ ਕੀਤੀ ਹੈ ਜੀ। ਪਹਿਲਾਂ ਅਸੀਂ ਆਪਣੀ ਬੈੱਡ ਦੇ ਵਿੱਚ ਨਰਮਾ ਬੀਜਦੇ ਰਹੇ ਹਾਂ ਜੀ। ਅੱਜ ਵੀ ਸਪੀਕਰ ਸਾਹਿਬ, ਜੇ ਤੁਸੀਂ ਪਿੰਡ 'ਚ ਜਾਓ ਔਰ ਕਿਸਾਨ ਨਾਲ ਜਾ ਕੇ ਹੱਥ ਮਿਲਾਉਂਦੇ ਹੋ ਨਾ, ਤਾਂ ਉਹਦੇ ਹੱਥ ਹਰੇ ਰੰਗ ਦੇ ਹੋਏ। ਇਹਦਾ ਮਤਲਬ ਉਹ ਪਦਾਨ ਪਾ ਕੇ ਆਇਆ ਖੇਤ ਦੇ ਵਿੱਚ। ਇਹ ਜਿਹੜੇ ਬੈਂਚਾਂ ਦੇ ਉੱਤੇ ਬੈਠੇ ਨੇ, ਇਹ ਦੱਸ ਸਕਦੇ ਨੇ ਪਦਾਨ ਕੀ ਹੁੰਦੀ ਹੈ? ਨਹੀਂ ਸਰ, ਨਹੀਂ। ਕਰੋੜਾਂ ਦੀਆਂ ਗੱਡੀਆਂ 'ਚ ਘੁੰਮਣ ਵਾਲੇ ਔਰ ਏਸੀ ਕਮਰਿਆਂ 'ਚ ਬੈਠਣ ਵਾਲੇ ਦੱਸ ਨਹੀਂ ਸਕਦੇ ਪਦਾਨ ਕੀ ਹੁੰਦੀ ਹੈ। ਔਰ ਪਦਾਨ ਨਾਲ ਹੱਥ ਹਰੇ ਰੰਗ ਦੇ ਹੋ ਜਾਂਦੇ ਨੇ। ਇਹਨਾਂ ਨੂੰ ਕੀ ਪਤਾ ਸਰ? ਔਰ ਸਰ, ਕਿਸਾਨਾਂ ਨੂੰ ਕੋਈ ਦੱਸਣਾ ਹੀ ਨਹੀਂ ਗਿਆ ਉੱਥੇ ਵੀ ਕਿਹੜੀ ਸੁੰਡੀ ਲੱਗੀ ਹੈ, ਕਿਹੜੀ ਸਪਰੇਅ ਕਰਨੀ ਹੈ। ਜੇ ਕਿਸਾਨਾਂ ਵੱਲ ਧਿਆਨ ਦਿੱਤਾ ਹੁੰਦਾ ਤਾਂ ਸਰ, ਨਾਨਕ ਸਾਹਿਬ ਦੀਆਂ ਗੱਲਾਂ ਅੱਜ ਸੱਚੀਆਂ ਹੋ ਸਕਦੀਆਂ ਸੀ। ਸਰ, ਇੱਕੋ ਫਸਲ ਨੂੰ ਬੀਜਣ ਦੇ ਤਿੰਨ ਤਰੀਕੇ ਆ ਗਏ ਜੀ। ਲੋਕਾਂ ਦੀ ਮਿਹਨਤ 'ਚ ਕੋਈ ਕਮੀ ਨਹੀਂ ਆਈ ਜੀ, ਮੌਸਮ 'ਚ ਕੋਈ ਵੱਡਾ ਬਦਲਾਅ ਨਹੀਂ ਆਇਆ, ਪਰ ਕਿਸਾਨਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਜੀ। ਕਿਸੇ ਸਮੇਂ ਖੂਹਾਂ ਨਾਲ ਪਾਣੀ ਲਾਇਆ ਜਾਂਦਾ ਸੀ, ਜਿਸ ਬਾਰੇ ਧਨੀ ਰਾਮ ਚਾਤਰਿਕ ਲਿਖਦੇ ਨੇ ਕਿ ਕੱਕਰੀ ਰਾਤ ਸਿਆਲ ਦੀ ਧਰਤੀ ਸੁੰਨ ਮਸਾਨ, ਪਿਛਲੇ ਪੈਰ ਤਰੇਲ ਦੇ ਮੋਤੀ ਜੰਮਦੇ ਜਾਣ, ਇਸ ਵੇਲੇ ਜਾਂ ਜਾਗਦੇ ਤਾਰੇ ਵਿੱਚ ਅਸਮਾਨ, ਜਾਂ ਕੋਈ ਕਰਦਾ ਭਗਤ ਜਨ ਖੂਹੇ ਤੇ ਇਸ਼ਨਾਨ, ਖਲਕਤ ਸੁੱਤੀ ਅੰਦਰੀ ਨਿੱਗੀਆਂ ਬੁੱਕਲਾਂ ਤਾਣ, ਜੇ ਮੂੰਹ ਕੱਢੀਏ ਬੁੱਕਲੋਂ ਤਾਂ ਪਾਲਾ ਆਵੇ ਖਾਣ, ਜਾਂ ਫਿਰ ਇਸ ਵੇਲੇ ਜਾਗਦਾ ਕੋਈ ਕਿਸਮਤ ਦਾ ਬਲੀ ਕਿਰਸਾਨ, ਪਾਣੀ ਲਾਉਂਦਿਆਂ ਹੱਥ ਪੈਰ ਜਿਹਦੇ ਨੀਲੇ ਹੁੰਦੇ। ਉਹਨਾਂ ਠੰਡਾ 'ਚ ਪਾਣੀ ਲਾਉਂਦੇ ਰਹੇ ਆ, ਪਰ ਸਾਨੂੰ ਜ਼ਮਾਨੇ ਮੁਤਾਬਕ ਅਪਡੇਟ ਹੀ ਨਹੀਂ ਕੀਤਾ ਗਿਆ ਜੀ। ਸਰ, ਪਹਿਲੀ ਵਾਰ 12 ਫਰਵਰੀ ਨੂੰ PAU ਦੇ ਵਿੱਚ ਪਹਿਲੀ ਸਰਕਾਰ ਕਿਸਾਨ ਮਿਲਣੀ ਹੋਈ ਹੈ। ਇਦੋਂ ਪਹਿਲਾਂ ਉਹਨਾਂ ਨੇ ਅੱਖਾਂ ਚੱਖਾਂ ਹੀ ਨਹੀਂ ਪਾਈਆਂ ਜੀ। ਕਿਸਾਨਾਂ ਦਾ ਕਿਸੇ ਨੇ ਹਾਲ ਹੀ ਨਹੀਂ ਪੁੱਛਿਆ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤੇ ਅਸੀਂ ਗਵਰਨੈਂਸ ਤਾਂ ਦੇਣੀ ਹੈ ਜੀ। ਅਸੀਂ ਖੇਤੀ ਵੀ ਦੇਵਾਂਗੇ। ਧੰਨਵਾਦ ਸਰ। ਧੰਨਵਾਦ ਸਾਹਿਬ। ਹੁਣ ਪ੍ਰਸ਼ਨ ਕਾਲ ਸ਼ੁਰੂ ਹੋਵੇਗਾ। ਹਾਂਜੀ, ਪ੍ਰਤਾਪ ਸਿੰਘ ਬਾਜਵਾ ਜੀ, ਆਪਣਾ ਸਵਾਲ ਪੁੱਛੋ। ਕੀ ਮਾਲ ਅਤੇ ਪੁਨਰਵਾਸ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਵਿੱਤੀ ਸਾਲ 2021-22 ਦੇ ਮੁਕਾਬਲੇ ਮਿਤੀ 1 ਅਪ੍ਰੈਲ 2022 ਤੋਂ ਹੁਣ ਤੱਕ ਰਜਿਸਟਰੀਆਂ ਆਦਿ ਤੋਂ ਸਰਕਾਰ ਨੂੰ ਕਿੰਨੀ ਆਮਦਨ ਹੋਈ ਹੈ? ਰਾਜ ਵਿੱਚ ਸੰਪਤੀਆਂ ਦੀ ਕੁੱਲ ਕਿੰਨੀਆਂ ਰਜਿਸਟਰੀਆਂ ਹੋਈਆਂ ਹਨ? ਵੇਰਵੇ ਸਹਿਤ ਦੱਸਿਆ ਜਾਵੇ। ਮਾਨਯੋਗ ਸਪੀਕਰ ਸਾਹਿਬ, ਵਿੱਤੀ ਸਾਲ 2021-22 ਦੀ ਰਜਿਸਟਰੀਆਂ ਤੋਂ 33,030 ਕਰੋੜ 80 ਲੱਖ 14,480 ਰੁਪਏ ਕੁੱਲ ਆਮਦਨ ਹੋਈ ਹੈ, ਜਿਸ ਦੌਰਾਨ ਰਜਿਸਟਰ ਹੋਏ ਦੇ ਵਸੀਕਿਆਂ ਦੀ ਗਿਣਤੀ 3,94,455 ਹੈ। ਉਸ ਤੋਂ ਬਾਅਦ 2022-23 ਦੇ ਮਿਤੀ 1 ਅਪ੍ਰੈਲ 2022 ਤੋਂ 28 ਫਰਵਰੀ 2023 ਤੱਕ 35,034 ਕਰੋੜ 42,47,578 ਰੁਪਏ ਕੁੱਲ ਆਮਦਨ ਹੋਈ ਹੈ, ਜੋ ਕਿ 28 ਫਰਵਰੀ 2023 ਤੱਕ ਪਿਛਲੇ ਸਾਲ ਤੋਂ 15.56% ਵੱਧ ਹੈ। ਸਪੀਕਰ ਸਾਹਿਬ, ਇਸ ਸਮੇਂ ਪੰਜਾਬ ਵਿੱਚ ਇਸ ਕਿਸਮ ਦੇ ਹਾਲਾਤ ਬਣੇ ਹੋਏ ਹਨ ਕਿ ਸਾਰੀਆਂ ਜ਼ਮੀਨਾਂ ਵਿਕਾਊ ਹਨ, ਪਰੰਤੂ ਖਰੀਦਦਾਰ ਘੱਟ ਹਨ। ਸਰਕਾਰ ਨੂੰ ਮੇਰੀ ਰਾਏ ਹੋਵੇਗੀ ਕਿ ਜਿਵੇਂ ਰਜਿਸਟਰੀ ਦਾ ਰੇਟ ਘੱਟ ਕਰਨ ਦਾ ਕਦਮ ਉਠਾਇਆ ਗਿਆ ਹੈ, ਇਸ ਵਿੱਚ ਥੋੜੀ ਜਿਹੀ ਰਿਲੈਕਸੇਸ਼ਨ ਹੋਰ ਦੇ ਦਿਓ। ਤੁਸੀਂ ਰਾਏ ਮਾਨਯੋਗ ਮੰਤਰੀ ਜੀ ਨੂੰ ਖੁਦ ਮਿਲ ਕੇ ਦੇ ਦਿਓ। ਹੁਣ ਪ੍ਰਸ਼ਨ ਪੁੱਛੋ। ਸਪੀਕਰ ਸਾਹਿਬ, ਸਵਾਲ ਇਹ ਹੈ ਕਿ ਇਸ ਨੂੰ ਥੋੜਾ ਜਿਹਾ ਹੋਰ ਘਟਾਓਗੇ? ਸਪੀਕਰ ਸਾਹਿਬ, ਮੈਂ ਪ੍ਰਤਾਪ ਸਿੰਘ ਬਾਜਵਾ ਨੂੰ ਦੱਸਣਾ ਚਾਹੁੰਦੀ ਹਾਂ ਕਿ ਡਿਪਟੀ ਕਮਿਸ਼ਨਰ ਕਲੈਕਟਰ ਰੇਟ ਉੱਥੇ ਅਸੈਸ ਕੀਤਾ ਸੀ ਜਿੱਥੇ ਮਾਰਕੀਟ 'ਚ ਕਲੈਕਟਰ ਰੇਟ ਬਹੁਤ ਜ਼ਿਆਦਾ ਘੱਟ ਸੀ। ਸਰਕਾਰ ਨੇ ਇਸ ਆਖਰੀ ਮਹੀਨੇ ਵਿੱਚ ਤਕਰੀਬਨ 2.25% ਦੀ ਛੂਟ ਦੇ ਕੇ ਬਹੁਤ ਵੱਡਾ ਉਪਰਾਲਾ ਕੀਤਾ ਹੈ। ਧੰਨਵਾਦ ਮੰਤਰੀ ਜੀ। ਅਗਲਾ ਸਵਾਲ। ਕਿ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਹਲਕਾ ਮੋਗਾ ਵਿਖੇ ਕੋਈ ਮੈਡੀਕਲ ਕਾਲਜ ਨਹੀਂ ਹੈ। ਜੇਕਰ ਅਜਿਹਾ ਹੈ ਤਾਂ ਇੱਥੇ ਕੋਈ ਕਾਲਜ ਬਣਾਉਣ ਦੀ ਤਜਵੀਜ਼ ਸਰਕਾਰ ਦੇ ਅਧੀਨ ਹੈ, ਜੇਕਰ ਹਾਂ ਤਾਂ ਕਦੋਂ ਤੱਕ? ਸਪੀਕਰ ਸਾਹਿਬ, ਧੰਨਵਾਦ। ਮੈਂ ਤੁਹਾਡੇ ਜ਼ਰੀਏ ਮਾਣਯੋਗ ਮੈਂਬਰ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੋਗਾ ਵਿਖੇ ਮੈਡੀਕਲ ਕਾਲਜ ਸ਼ੁਰੂ ਕਰਨ ਦਾ ਸਰਕਾਰ ਦਾ ਪਲਾਨ ਹੈ। ਇਸ ਵਾਸਤੇ ਸਾਨੂੰ ਪਿੰਡ ਸਿੰਘਵਾਲਾ ਵਿਖੇ 25 ਏਕੜ ਜ਼ਮੀਨ, 192 ਕਨਾਲ, 15 ਮਰਲੇ ਜਗ੍ਹਾ ਦੀ ਪ੍ਰਪੋਜ਼ਲ ਡਿਪਟੀ ਕਮਿਸ਼ਨਰ ਨੇ ਬਣਾ ਕੇ ਭੇਜੀ ਹੈ। ਮਾਨਯੋਗ ਸਪੀਕਰ ਸਾਹਿਬ, ਬਹੁਤ ਬਹੁਤ ਧੰਨਵਾਦ। ਅਗਲਾ ਸਵਾਲ। ਕਿ ਜੰਗਲਾਤ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਰਾਜ ਵਿੱਚ 2022 ਅਤੇ 2023 ਦੌਰਾਨ ਹੁਣ ਤੱਕ ਲਗਾਏ ਗਏ ਰੁੱਖਾਂ ਦੀ ਗਿਣਤੀ ਕਿੰਨੀ ਹੈ ਅਤੇ ਇਸ ਦੇ ਜ਼ਿਲ੍ਹਾਵਾਰ ਵੇਰਵੇ ਕੀ ਹਨ? ਸਾਲ 2022-23 ਦੇ ਦੌਰਾਨ ਜੰਗਲਾਤ ਖੇਤਰ ਵਿੱਚ ਕਿੰਨਾ ਵਾਧਾ ਜਾਂ ਕਮੀ ਹੋਈ ਹੈ? ਸ਼੍ਰੀਮਾਨ ਜੀ, ਰਾਜ ਵਿੱਚ 2022 ਅਤੇ 23 ਦੌਰਾਨ ਵਣ ਵਿਭਾਗ ਵੱਲੋਂ ਲਗਾਏ ਗਏ ਰੁੱਖਾਂ ਦੀ ਗਿਣਤੀ 56.53 ਲੱਖ ਹੈ, ਜਿਸ ਵਿੱਚੋਂ ਬਚੇ ਹੋਏ ਰੁੱਖਾਂ ਦੀ ਗਿਣਤੀ 50.65 ਲੱਖ ਹੈ। ਪਲਾਂਟੇਸ਼ਨ ਦੀ ਸਫਲਤਾ ਦਰ ਕਰੀਬ 92% ਹੈ।
ਮੈਂਬਰ ਸਾਹਿਬ ਤੁਸੀਂ ਸਵਾਲ ਪੁੱਛੋ। ਸਪੀਕਰ ਸਾਹਿਬ, ਇਹ ਬਹੁਤ ਜ਼ਰੂਰੀ ਮੁੱਦਾ ਹੈ, ਵਾਤਾਵਰਣ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਤੁਸੀਂ ਬੈਠੋ। ਮੰਤਰੀ ਜੀ, ਕੀ ਤੁਸੀਂ ਐਗਰੋ ਫਾਰੈਸਟਰੀ ਵਿੱਚ ਜਿਹੜੀਆਂ ਸਟੇਟਾਂ ਵਧੀਆ ਕੰਮ ਕਰ ਰਹੀਆਂ ਹਨ ਉਹ ਤਜਵੀਜ਼ ਤੇ ਸਰਕਾਰ ਨੂੰ ਕਹਿਣਾ ਕੁਝ ਚਾਹੋਗੇ ਤੇ ਉਸ ਨੂੰ ਸਰਕਾਰ ਨੂੰ ਇੰਪਲੀਮੈਂਟ ਕਰਨਾ ਚਾਹੋਗੇ? ਹਾਂਜੀ ਸਪੀਕਰ ਸਾਹਿਬ, ਅਸੀਂ ਐਗਰੋ ਫਾਰੈਸਟਰੀ ਤੇ ਕੰਮ ਕਰ ਰਹੇ ਹਾਂ। ਸਪੀਕਰ ਸਾਹਿਬ, ਸਪਲੀਮੈਂਟਰੀ ਸਰ। ਤੁਹਾਡੀਆਂ 2 ਸਪਲੀਮੈਂਟਰੀਆਂ ਹੋ ਗਈਆਂ। ਉਹਨਾਂ ਨੇ ਤੁਹਾਨੂੰ ਕਹਿ ਦਿੱਤਾ ਹੈ ਕਿ ਤੁਸੀਂ ਉਹਨਾਂ ਨਾਲ ਗੱਲ ਕਰ ਲੈਣਾ। ਉਹਨਾਂ ਨੇ ਕਲੈਰੀਫਾਈ ਕਰ ਦਿੱਤਾ ਹੈ। ਸਰ, ਮੈਂ ਸਦਨ ਵਿੱਚ ਸਵਾਲ ਲਗਾਏ, ਮੰਤਰੀ ਜੀ ਦਾ ਜਵਾਬ ਤਾਂ ਅਵਤਾਰ ਸਿੰਘ ਜੀ ਤੁਸੀਂ ਬੈਠੋ। ਹਾਂਜੀ ਪੰਡੋਰੀ ਸਾਹਿਬ। ਸਪੀਕਰ ਸਾਹਿਬ, ਮੈਂ ਮੰਤਰੀ ਸਾਹਿਬ ਤੋਂ ਪੁੱਛਣਾ ਚਾਹੁੰਦਾ ਹਾਂ ਕਿਸਾਨ ਨੂੰ ਇਸ ਵਾਸਤੇ ਕਿੰਨਾ ਮੁਆਵਜ਼ਾ ਮਿਲਦਾ ਹੈ? ਇਹ ਵੱਖਰਾ ਸਵਾਲ ਬਣਦਾ ਹੈ। ਸਪੀਕਰ ਸਾਹਿਬ, ਸਪਲੀਮੈਂਟਰੀ। ਰਾਣਾ ਜੀ, ਤੁਹਾਡੀ ਸਪਲੀਮੈਂਟਰੀ ਕੋਈ ਬਣਦੀ ਤਾਂ ਨਹੀਂ, ਪਰ ਤੁਸੀਂ ਸਦਨ 'ਚ ਕਈ ਦਿਨਾਂ ਬਾਅਦ ਆਏ ਹੋ, ਇਸ ਲਈ ਸਮਾਂ ਦੇ ਦਿੰਦੇ ਹਾਂ। ਸਪੀਕਰ ਸਾਹਿਬ, ਮੈਂ ਤੁਹਾਡੇ ਰਾਹੀਂ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਪੰਜਾਬ ਵਿੱਚ ਸਲਾਈਨ ਏਰੀਆ ਕਿੰਨਾ ਹੈ ਜਿੱਥੇ ਸ਼ੋਰਾ ਹੈ? ਧੰਨਵਾਦ ਜੀ, ਤੁਸੀਂ ਚੇਅਰ ਨੂੰ ਐਡਰੈਸ ਕਰੋ। ਸਪੀਕਰ ਸਾਹਿਬ, ਕੇਵਲ 1 ਮਿੰਟ। ਰਾਣਾ ਜੀ, ਸਾਰੇ ਮਾਨਯੋਗ ਮੈਂਬਰ ਸਾਹਿਬਾਨਾਂ ਦੇ ਸਵਾਲ ਲੱਗੇ ਹੋਏ। ਤੁਹਾਡੇ ਸਭ ਕੋਲ ਪੰਡਾ ਤੇ ਟੋਕਰੇ ਭਰ ਕੇ ਗਿਆ। ਜੇਕਰ ਕੱਲਾ ਮੈਂਬਰ ਬੋਲਣ ਲੱਗ ਗਿਆ ਤਾਂ ਬਾਕੀ ਮੈਂਬਰਾਂ ਨੂੰ ਸਮਾਂ ਨਹੀਂ ਮਿਲ ਸਕੇਗਾ। ਸੋ ਕਾਈਂਡਲੀ ਸਿਟ ਡਾਊਨ। ਹਾਂਜੀ ਰਾਜਾ ਵੜਿੰਗ ਜੀ, ਤੁਸੀਂ ਆਪਣਾ ਸਵਾਲ ਪੁੱਛੋ। ਸਰ, ਕੀ ਵਿੱਤ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਪੰਜਾਬ ਦੀ ਇੰਡਸਟਰੀ ਦੇ ਪੁਰਾਣੇ ਵੈਟ ਅਸੈਸਮੈਂਟ ਕੇਸਾਂ ਦੀ ਵਨ ਟਾਈਮ ਸੈਟਲਮੈਂਟ ਦੀ ਕੋਈ ਤਜਵੀਜ਼ ਹੈ? ਵੇਰਵੇ ਸਹਿਤ ਦੱਸਿਆ ਜਾਵੇ ਜੀ। जी हाँ, यह मामला साडी पंजाब सरकार के अधीन है ते इस मामले दे लिए ਅਸੀਂ 3 ਮੈਂਬਰੀ सब कमेटी भी गठित कर ली है। ਉਹ ਕਮੇਟੀ ਇਸ ਤੇ ਵਿਚਾਰ ਕਰ ਰਹੀ ਹੈ ਤੇ ਹੁਣ ਤੱਕ ਉਹਦੀਆਂ 2 ਮੀਟਿੰਗਾਂ ਹੋ ਚੁੱਕੀਆਂ ਨੇ। ਅੱਛਾ ਜੀ। ਸੋ ਮੰਤਰੀ ਸਾਹਿਬ, ਮੈਂ ਇਹ ਪੁੱਛਣਾ ਚਾਹੁੰਦਾ ਕਿ ਕਿਰਪਾ ਕਰਕੇ ਤੁਸੀਂ ਕੋਈ ਟਾਈਮ ਬਾਉਂਡ ਕਰੋਗੇ, ਕਿਉਂਕਿ ਇਹ ਨਾ ਹੋਵੇ ਕਿ OTC ਸਕੀਮ ਰਾਹੀਂ 7-8 ਮਹੀਨੇ ਹੋਰ ਲੱਗ ਜਾਣ। ਇਸ ਨਾਲ ਵਪਾਰੀਆਂ ਦਾ ਬੜਾ ਮਾੜਾ ਹਾਲ ਹੈ ਜੀ। ਮੈਂ ਹਾਊਸ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਜਿਹੜੀ ਇਹ OTS ਹੋਵੇਗੀ ਇਸ ਨੂੰ ਲਿਆਉਣ ਲਈ ਬਿਲਕੁਲ ਪੰਜਾਬ ਦੇ ਵਪਾਰੀਆਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਹੀ ਕੋਈ ਫੈਸਲਾ ਲਿਆ ਜਾਵੇਗਾ। ਜੇਕਰ ਆਪਾਂ ਇੱਕ ਕੁਐਸਚਨ ਤੇ ਅੜੇ ਰਹੇ ਤਾਂ ਹੋਰ ਮੈਂਬਰਾਂ ਦੀ ਵਾਰੀ ਨਹੀਂ ਆ ਸਕੇਗੀ। ਸਰ, ਪੁਆਇੰਟ ਆਫ ਆਰਡਰ ਮੰਤਰੀ ਜੀ ਦਾ ਜਵਾਬ ਆ ਚੁੱਕਾ ਹੈ। ਮੈਂ ਉਹਨਾਂ ਨੂੰ ਫੋਰਸ ਨਹੀਂ ਕਰ ਸਕਦਾ। ਤੁਸੀਂ ਬੈਠ ਜਾਓ। ਹਾਂਜੀ ਗਨੀਪ ਕੋਚ, ਤੁਸੀਂ ਆਪਣਾ ਸਵਾਲ ਪੁੱਛੋ। ਕੀ ਸਮਾਜਿਕ ਸੁਰੱਖਿਆ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਬੁਢਾਪਾ, ਵਿਧਵਾ, ਅੰਗਹੀਣ ਅਤੇ ਆਸਰਿਤਾਂ ਨੂੰ ਮੌਜੂਦਾ ਦਿੱਤੀ ਜਾ ਰਹੀ ਪੈਨਸ਼ਨ ਵਿੱਚ ਵਾਧਾ ਕਰਨ ਦੀ ਕੋਈ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਹੈ ਤੇ ਜੇਕਰ ਹੈ ਤਾਂ ਕਦੋਂ ਤੱਕ, ਅਤੇ ਜੇਕਰ ਨਹੀਂ ਹੈ ਤਾਂ ਇਸ ਦੇ ਕੀ ਕਾਰਨ ਹਨ? ਹਾਂਜੀ ਬਿਲਕੁਲ, ਨੇੜੇ ਭਵਿੱਖ ਵਿੱਚ ਅਸੀਂ ਪੈਨਸ਼ਨਾਂ ਵਿੱਚ ਵਾਧਾ ਕਰਨ ਸੰਬੰਧੀ ਜ਼ਰੂਰ ਕੋਈ ਤਜਵੀਜ਼ ਪੇਸ਼ ਕਰਾਂਗੇ। ਸਪੀਕਰ ਸਾਹਿਬ, ਮੈਂ ਮੰਤਰੀ ਸਾਹਿਬਾਂ ਨੂੰ ਪੁੱਛਣਾ ਚਾਹਾਂਗੀ ਕਿ ਕਦੋਂ ਤੱਕ ਵਧਾਉਣਗੇ ਤੇ ਕੀ ਇਸ ਨੂੰ ਟਾਈਮ ਬਾਉਂਡ ਕਰ ਸਕਦੇ ਨੇ ਤੇ ਇਹ ਪੈਨਸ਼ਨ ਕਿੰਨੀ ਵਧਾਉਣਗੇ? ਮੰਤਰੀ ਜੀ, ਕੀ ਤੁਸੀਂ ਇਸ ਨੂੰ ਟਾਈਮ ਬਾਉਂਡ ਕਰੋਗੇ? ਮਾਨਕ ਸਪੀਕਰ ਸਾਹਿਬ, ਬਿਲਕੁਲ ਇਹ ਮੈਨੀਫੈਸਟੋ ਵਿੱਚ ਦਿੱਤਾ ਗਿਆ ਸੀ ਕਿ ਅਸੀਂ ਪੈਨਸ਼ਨਾਂ ਵਿੱਚ ਵਾਧਾ ਕਰਾਂਗੇ, ਪਰ ਉਸ ਤੋਂ ਪਹਿਲਾਂ ਜਿਹੜੇ ਦਿੱਤੇ ਹੋਏ ਪੈਨਸ਼ਨਾਂ ਵਿੱਚ ਬੇਨਿਯਮੀਆਂ ਹਨ, ਅਸੀਂ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ। ਸਪੀਕਰ ਸਾਹਿਬ, ਮੇਰਾ ਪ੍ਰਸ਼ਨ ਪੈਨਸ਼ਨਾਂ ਬਾਰੇ ਸੀ। ਮੈਂ ਪੁੱਛਣਾ ਚਾਹਾਂਗੀ ਕਿ ਕਿੰਨੀ ਪੈਨਸ਼ਨ ਵਧਾ ਰਹੇ ਨੇ? ਇਹਨਾਂ ਦੀ ਗਾਰੰਟੀ ਸੀ ਕਿ ਇਹ 2500 ਰੁਪਏ ਕਰ ਦੇਣਗੇ। ਕੀ ਇਹ ਇਸ ਬਜਟ ਵਿੱਚ 2500 ਰੁਪਏ ਕਰਕੇ ਦੇਣਗੇ ਤੇ ਕਦੋਂ ਤੱਕ ਕਰਕੇ ਦੇਣਗੇ? ਆਨਰੇਬਲ ਸਪੀਕਰ ਸਾਹਿਬ, ਮੈਂ ਫਿਰ ਉਹੀ ਗੱਲ ਕਹਾਂਗੀ, ਅਸੀਂ ਆਪਣੇ ਵਾਅਦੇ ਤੇ ਬਿਲਕੁਲ ਪੱਕੇ ਹਾਂ। ਧੰਨਵਾਦ ਜੀ। ਨੈਕਸਟ ਪ੍ਰਤਾਪ ਸਿੰਘ ਬਾਜਵਾ ਜੀ। ਬਹੁਤ ਹੀ ਮਿਹਰਬਾਨੀ ਸਪੀਕਰ ਸਾਹਿਬ। ਮੈਂ ਸਰਕਾਰ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਕੋਲ ਗੋਲਡਨ ਓਪਰਚੁਨਿਟੀ ਆਈ ਹੈ। ਚੰਦ ਦਿਨ ਬਾਅਦ G20 ਦੀ ਸਮਿਟ ਗਵਰਨਮੈਂਟ ਆਫ ਇੰਡੀਆ ਨੇ ਅੰਮ੍ਰਿਤਸਰ ਵਿਖੇ ਕਰਵਾਈ ਹੈ। ਸਰਕਾਰ ਕੋਲ ਪੰਜਾਬ ਨੂੰ ਸਾਰੀ ਦੁਨੀਆ ਵਿੱਚ ਸ਼ੋਕੇਸ ਕਰਨ ਦਾ ਇੱਕ ਚੰਗਾ ਮੌਕਾ ਹੈ। ਸਰਕਾਰ ਇਸ ਮੌਕੇ ਦਾ ਵਧੀਆ ਫਾਇਦਾ ਉਠਾਏ। ਦੂਜਾ, ਮੈਂ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਕੋਲ ਕੋਈ ਬੰਦਰਗਾਹ ਨਹੀਂ ਹੈ। ਅਸੀਂ ਲੈਂਡ ਲੌਕਡ ਹਾਂ। ਜਿਹੜਾ ਸਾਡਾ ਟ੍ਰੈਡੀਸ਼ਨਲ ਟ੍ਰੇਡ ਰੂਟ ਸੀ, ਜਿਹੜਾ ਦੇਸ਼ ਦਾ ਸੈਂਟਰਲ ਏਸ਼ੀਆ ਨਾਲ ਪੰਜਾਬ ਦੇ ਜਰੀਏ ਟ੍ਰੇਡ ਚੱਲਦਾ ਸੀ, ਉਹ ਬੰਦ ਪਿਆ ਹੈ। ਮੈਂ ਚਾਹੁੰਦਾ ਹਾਂ ਸਰਕਾਰ ਇਸ ਰੂਟ ਨੂੰ ਦੁਬਾਰਾ ਸ਼ੁਰੂ ਕਰਨ ਲਈ ਕੋਈ ਪਹਿਲ ਕਦਮੀ ਕਰੇ। ਇਸ ਤੋਂ ਇਲਾਵਾ ਮੈਂ ਚਾਹੁੰਦਾ ਹਾਂ ਕਿ ਸਰਕਾਰ ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ ਜਾਣ ਦੀ ਸਮੱਸਿਆ ਨੂੰ ਖਤਮ ਕਰਨ ਲਈ ਕੁਝ ਕਰੇ। ਸੋ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਤੁਹਾਡੇ ਕੋਲ ਓਪਰਚੁਨਿਟੀ ਹੈ ਐਂਡ ਵੀ ਵਿਲ ਫੁੱਲੀ ਬੈਕ ਯੂ। ਹੁਣ ਕੱਲ ਮੈਂ ਰਾਘਵ ਚੱਡਾ ਜੀ ਦਾ ਬਿਆਨ ਪੜ੍ਹ ਰਿਹਾ ਸੀ। ਜਿੰਨੀਆਂ ਵੀ ਓਪੋਜੀਸ਼ਨ ਪਾਰਟੀਆਂ ਹਨ, ਉਹਨਾਂ ਦੇ ਸਾਰੇ ਲੀਡਰਾਂ ਨੂੰ ਹਰ ਰੋਜ਼ CBI, ED ਅਤੇ NIA ਰੇਡ ਕਰ ਰਹੀ ਹੈ। ਉਹਨਾਂ ਨੇ ਰਾਏ ਦਿੱਤੀ ਕਿ ਸਾਰਿਆਂ ਦੇ ਦਫ਼ਤਰਾਂ ਉੱਤੇ ਭਾਜਪਾ ਦਾ ਝੰਡਾ ਲਗਾ ਦਿਓ। ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਲੈਟ ਅਸ ਮੂਵ ਫਾਰਵਰਡ। ਹੁਣ ਸਾਨੂੰ ਕੱਲ ਨੂੰ ਕਹਿਣ ਦੀ ਮਜਬੂਰ ਨਾ ਕਰ ਦਿਓ ਕਿ ਬਿਜ਼ਨਸ ਦੇ ਦਫ਼ਤਰ ਉੱਤੇ ਆਮ ਆਦਮੀ ਪਾਰਟੀ ਦਾ ਝੰਡਾ ਲਗਾ ਦਿਓ। ਇਸ ਕੰਮ ਤੋਂ ਬਾਹਰ ਨਿਕਲੀਏ। ਇਹ ਕੰਮ ਵਿੱਚ ਕੁਝ ਨਹੀਂ ਮਿਲਣਾ। ਇਸ ਗੱਲ ਦੇ ਵਿੱਚ ਚੰਗੀ ਰਾਜ ਸਾਹਿਬ ਬਹੁਤ ਕੁਝ ਮਿਲ ਜਾਣਾ ਜੀ। ਫਿਰ ਤੁਸੀਂ ਆਪਣਾ ਰਾਂਝਾ ਰਾਜੀ ਕਰ ਲਿਓ, ਪਰ ਫਿਰ ਆਪਣੇ ਵੱਲ ਵੀ ਧਿਆਨ ਰੱਖਿਓ। ਪਰ ਇਹ ਨਾ ਕਹੋ ਕਿ ਬਿਜ਼ਨਸ ਆਮ ਆਦਮੀ ਪਾਰਟੀ ਦਾ ਬਿਜ਼ਨਸ ਨੂੰ ਸਾਡੇ ਕੋਲ ਨਾ ਭੇਜਿਆ ਕਰੋ। ਮੈਂ ਇਹ ਗੱਲ ਕਦੇ ਨਹੀਂ ਕਹੀ ਕਿ ਬਿਜ਼ਨਸ ਵਾਲਿਆਂ ਨੂੰ ਸਾਡੇ ਕੋਲ ਨਾ ਭੇਜੋ। ਮੈਂ ਇਹ ਕਿਹਾ ਕਿ ਬਰਾਬਰ ਹਿਸਾਬ ਕਰੋ। ਜਿਹੜੇ ਸੁਚਾਰੀ ਸਾਹਿਬ ਕੈਬਨਿਟ ਚੋਂ ਡ੍ਰੌਪ ਕੀਤੇ ਸੀ,
Why have you dropped him? ਜਿਹੜੇ 40 ਬੰਦਿਆਂ ਦੀ ਲਿਸਟ ਕੈਪਟਨ ਸਾਹਿਬ ਲੈ ਕੇ ਗਏ ਸੀ ਉਹ 40 ਬੰਦੇ ਕਿੱਥੇ ਬੈਠੇ ਨੇ? ਕਿਹੜੇ 40 ਬੰਦਿਆਂ ਦੀ ਲਿਸਟ? ਜਿਹੜੀ ਲਿਸਟ ਕੈਪਟਨ ਸਾਹਿਬ ਸੋਨੀਆ ਗਾਂਧੀ ਕੋਲ ਲੈ ਗਏ ਸੀ। ਮਾਨ ਸਾਹਿਬ ਮੇਰੀ ਬੇਨਤੀ ਸੁਣੋ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਬਿਜ਼ਨਸ ਆਮ ਆਦਮੀ ਪਾਰਟੀ ਦੀ ਉਹ ਹੈ। ਮੇਰੀ ਗੱਲ ਤਾਂ ਸੁਣ ਲਓ। ਬਾਜਵਾ ਸਾਹਿਬ ਚੇਅਰ ਨੂੰ ਐਡਰੈਸ ਕਰੋ। ਤੁਸੀਂ ਸਭ ਦੀ ਇਨਕੁਆਇਰੀ ਜ਼ਰੂਰ ਕਰੋ ਪਰ ਫਿਰ ਆਪਣੀ ਵੀ ਤਿਆਰੀ ਰੱਖਿਓ। ਥੋੜੇ ਹੀ ਦਿਨ ਲੱਗਣੇ ਆ ਬਾਜਵਾ ਜਦੋਂ ਸਾਹਿਬ ਦਿੱਲੀ ਵਾਲੇ ਆ ਕੇ ਤੁਹਾਡੇ ਗਵਾਂਢ 'ਚ ਬੈਠਣ ਵਾਲੇ। ਬਾਜਵਾ ਸਾਹਿਬ ਪਹਿਲਾਂ ਆਪਣੇ ਬੰਦੇ ਬਚਾ ਲਓ, ਪਹਿਲਾਂ ਤੁਸੀਂ ਆਪਣੀ ਪਾਰਟੀ ਬਚਾ ਲਓ ਜੀ। ਅਸੀਂ ਬਚੇ ਹੋਏ ਆ, ਸਾਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈ। ਤੁਸੀਂ ਕੀ ਕਹਿ ਰਹੇ ਹੋ ਕਿ ਵੀ ਆਪਣੀ ਵੀ ਤਿਆਰੀ ਰੱਖੋ? ਦਾ ਮਤਲਬ ਤੁਸੀਂ ਥ੍ਰੈਟ ਕਰ ਰਹੇ ਹੋ? ਹਾਂ, ਇਹ ਕੀ ਮਤਲਬ ਹੈ ਥ੍ਰੈਟ ਕਹਿਣ ਦਾ? ਸਾਰੇ ਤੁਸੀਂ ਕੀ ਕਹਿਣਾ ਕੀ ਚਾਹ ਰਹੇ ਹੋ? ਜਿਹੜਾ ਸਾਡੇ ਚੋਂ ਗਲਤੀ ਕਰੇਗਾ ਉਹ ਵੀ ਬਖਸ਼ਿਆ ਨਹੀਂ ਜਾਊਗਾ, ਪਰ ਜਿਹੜਾ ਤੁਹਾਡੇ ਚੋਂ ਗਲਤੀ ਕਰੇਗਾ ਉਹਨੂੰ ਵੀ ਅਸੀਂ ਨਹੀਂ ਬਖਸ਼ਾਂਗੇ। ਕੀ ਕਰ ਰਹੇ ਹੋ? ਜਾਣਦੇ ਤੁਸੀਂ ਬਠਿੰਡੇ ਵਾਲਾ ਐਮਐਲਏ ਕਿਉਂ ਨਹੀਂ ਪੜਿਆ? ਉਹ ਤਾਂ ਜੇਲ੍ਹ ਦੇ ਅੰਦਰ ਹੈ ਜੀ। ਉਹ ਤਾਂ ਹੁਣ ਅੰਦਰ ਹੋਇਆ। ਤੁਹਾਡੇ ਤਾਂ ਹਲੇ ਤੱਕ ਇੱਥੇ ਹੀ ਬੈਠੇ ਨੇ। ਮੈਂ ਨਾਂ ਲੈ ਦਿੰਦਾ ਆ ਉਹਨਾਂ ਦੇ ਗੈਂਗਸਟਰਾਂ ਦੇ ਨਾਲ ਨਾਮ ਜੁੜਦੇ ਨੇ। ਤੁਸੀਂ ਬਿਨਾਂ ਇਨਵੈਸਟੀਗੇਸ਼ਨ ਤੋਂ ਇਲਜ਼ਾਮ ਲਗਾ ਰਹੇ ਹੋ ਕਿ ਅਸੀਂ ਨਹੀਂ ਕਰ ਸਕਦੇ। ਬਾਜਵਾ ਸਾਹਿਬ ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਮੈਂ ਕਾਂਗਰਸ ਪਾਰਟੀ ਦੇ ਸਾਰੇ ਮੈਂਬਰਾਂ ਨੂੰ ਬੇਨਤੀ ਕਰਦਾ ਕਿ ਸਬਰ ਰੱਖੋ, ਸਭ ਦੀ ਵਾਰੀ ਆਉ। ਇਸ ਦਾ ਮਤਲਬ ਤੁਹਾਨੂੰ ਦੀ ਗੱਲ ਸਮਝ ਨਹੀਂ ਆ ਰਹੀ। ਸੋਚਿਆ ਤੋਂ ਬਾਅਦ ਤੁਸੀਂ ਆਪਣੀ ਵੀ ਤਿਆਰੀ ਰੱਖਿਓ। ਸਪੀਕਰ ਸਾਹਿਬ ਜਿਹਨੇ ਵੀ ਪੰਜਾਬ ਦਾ ਪੈਸਾ ਖਾਦਾ ਔਰ ਉਹ ਕਹੇ ਕਿ ਮੇਥੋਂ ਹਿਸਾਬ ਨਾਲ ਲਿਆ ਜਾਵੇ, ਆਹ ਗੱਲ ਤਾਂ ਮੈਨੂੰ ਸਮਝ ਨਹੀਂ ਆਉਂਦੀ। ਅਸੀਂ ਕਿਸੇ ਨੇ ਇਹ ਨਹੀਂ ਕਿਹਾ ਕਿ ਹਿਸਾਬ ਨਾ ਲਵੋ। ਅਸੀਂ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਿਹਾ। ਬਾਜਵਾ ਸਾਹਿਬ ਤੁਸੀਂ ਚੇਅਰ ਜਿਹੜੇ ਇੱਥੇ 1.5 ਸਾਲ ਪਹਿਲਾਂ ਫਰੰਟ ਰੋ ਤੇ ਬੈਠੇ ਸੀ ਕਿੱਥੇ ਨੇ ਉਹ ਕਿਤੇ ਵੀ ਹੁਣ ਉਹਨਾਂ ਦੀ ਗੱਲ ਕਿਉਂ ਕਰਦੇ ਹੋ? ਪ੍ਰਤਾਪ ਸਿੰਘ ਬਾਜਵਾ ਜੀ, ਸੁਨੀਲ ਜਾਖੜ ਕਿੱਥੇ ਹੈ? ਮਨਪ੍ਰੀਤ ਬਾਦਲ ਕਿੱਥੇ ਹੈ? ਤੁਹਾਡਾ ਭਰਾ ਫਤਿਹਜੰਗ ਸਿੰਘ ਬਾਜਵਾ ਕਿੱਥੇ ਹੈ? ਉਹ ਕਿਤੇ ਵੀ ਹੋਣਗੇ। ਉਹ ਤਾਂ ਉਧਰ ਬੀਜੇਪੀ ਚਲੇ ਗਏ। ਉਹਨਾਂ ਦੀ ਗੱਲ ਕਿਉਂ ਕਰਦੇ ਹੋ? ਉਹ ਤਾਂ ਉਧਰ ਚਲੇ ਗਏ। ਮੈਂ ਕਹਿੰਦਾ ਚਾਹੇ ਬੀਜੇਪੀ ਚਲੇ ਜਾਓ ਚਾਹੇ ਜੇਜੇਪੀ ਚਲੇ ਜਾਓ, ਪਰ ਜੇ ਪੰਜਾਬ ਦਾ ਪੈਸਾ ਖਾਦਾ ਤਾਂ ਅੰਦਰ ਹੋਵੋਗੇ। ਮਾਨ ਸਾਹਿਬ ਬਣ ਸਕੇ। ਅਸੀਂ ਇਹ ਕਹਿ ਰਹੇ ਹਾਂ ਕਿ ਫਿਰ ਤਿਆਰੀ ਰੱਖੋ। ਇੱਧਰ ਵੀ ਕੰਮ ਰੰਭਿਆ ਗਿਆ ਹੈ। ਬਾਜਵਾ ਸਾਹਿਬ ਤੇ ਅਸੀਂ ਦੱਸਣ ਦੇ ਆਏ, ਤੁਹਾਡੇ ਤੋਂ ਸੁਣਿਆ ਨਹੀਂ ਜਾਣਾ। ਤੁਹਾਡੇ ਚੋਂ ਜੋ ਹੁੰਦਾ ਕਰ ਲੋ, ਪਰ ਇਹ ਗੱਲ ਯਾਦ ਰੱਖਿਓ ਤੁਹਾਡੇ ਜਿਹੜੇ ਜਨਰਲ ਸੈਕਟਰੀ ਨੇਗੇ ਰਾਹੁਲ ਗਾਂਧੀ, ਉਹ ਮੋਦੀ ਦਾ ਤੇ ਅਡਾਨੀਆਂ ਦੇ ਰਿਸ਼ਤੇ ਦਾ ਪਾਰਲੀਮੈਂਟ 'ਚ ਬੜੇ ਵਧੀਆ ਤਰੀਕੇ ਨਾਲ ਸਵਾਲ ਉਠਾਉਂਦੇ ਨੇ। ਪਰ ਮੈਂ ਕੱਲ ਛੱਤੀਸਗੜ੍ਹ ਗਿਆ, ਉਸ ਤੋਂ ਪਹਿਲਾਂ ਰਾਜਸਥਾਨ ਗਿਆ ਔਰ ਉੱਥੇ ਕਾਂਗਰਸ ਪਾਰਟੀ ਨੇ ਤੁਸੀਂ ਅਡਾਨੀਆਂ ਨੂੰ ਮਾਇਨਾ ਦੇ ਰੱਖੀਆਂ ਨੇ। ਤੁਸੀਂ ਦਿੱਲੀ ਜੋ ਨਾ ਠੇਕੇ ਦਿੱਤੇ ਹੋਏ और ਤੁਸੀਂ ਟਕੇ रहो। माना मेरी कमीज पे लाखों दाग है पर खुदा का शुक्र है कोई धब्बा नहीं है। साडे ते धब्बे नहीं हैगे, ਤੁਹਾਡੇ ਤੇ ਧੱਬੇ ਧੱਬੇ ਨੇ। ਧੱਬਾ ਇਸ ਕਰਕੇ ਨਹੀਂ ਹੈ ਕਿਉਂਕਿ ਇਹਦੀ ਕਮੀਜ਼ੇ ਪੱਟਣ ਵਾਲੀ ਹੈ। ਧੱਬਾ ਨਹੀਂ ਚੱਲ ਰਿਹਾ ਹੈ। ਹੁਣ ਆਪਾਂ ਗੱਲ ਇੱਧਰ ਨੂੰ ਕਰੀਏ। ਉਹ ਦੱਸੋ ਜਿਹੜੇ ਤੁਹਾਡੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਹਨ, ਉਹਨਾਂ ਨੇ ਗਾਰੰਟੀ ਦਿੱਤੀ ਸੀ ਕਿ ਮੈਂ ਹਰ ਸਾਲ ਰੇਤੇ ਵਿੱਚੋਂ 20,000 ਕਰੋੜ ਰੁਪਇਆ ਇਕੱਠਾ ਕਰਕੇ ਦੇਵਾਂਗਾ। 1 ਸਾਲ ਹੋ ਗਿਆ, ਕਿੱਥੇ ਪੈਸੇ ਇਕੱਠੇ ਹੋਏ ਨੇ? ਮਹਾਰਾਜ ਹੁਣ ਤੁਸੀਂ ਇੱਥੇ ਮੈਥ ਦੇ ਟੀਚਰ ਬਣ ਗਏ ਜੀ। ਹਰ ਰੋਜ਼ ਹਿਸਾਬ ਨਹੀਂ ਦੇਈਦੇ ਹੁੰਦੇ। ਜਿੱਦੇ ਮੈਂ ਬਜਟ ਤੇ ਬੋਲੂੰਗਾ ਕੱਲੀ ਗੱਲ ਦੱਸੂਗਾ ਕਿਹੜੇ ਮਾਫੀਏ ਫੜੇ ਨੇ ਔਰ ਉਹਦੇ ਚ ਚੰਨੀ ਦਾ ਵੀ ਨਾਮ ਹੈ। ਹੁਣ ਜਿਹੜੇ ਚੰਨੀ ਦੇ ਚਹੇਤੇ ਬੈਠੇ ਨੇ ਇੱਥੇ ਉਹ ਇੱਧਰ ਉੱਧਰ ਮੂੰਹ ਕਰਨਗੇ। ਮੈਂ ਸਾਰੇ ਚਿੱਠੇ ਲੈ ਕੇ ਆਇਆ, ਕੱਲਾ ਚਿੱਠਾ। ਬਾਜਵਾ ਸਾਹਿਬ ਕੱਲਾ ਚਿੱਠਾ। ਬਾਜਵਾ ਸਾਹਿਬ ਕੱਲੇ ਚਿੱਠੇ ਬੋਲੂੰਗਾ, ਸਾਰਾ ਕੁਝ ਦੱਸੂਗਾ। ਬਾਜਵਾ ਸਾਹਿਬ ਚੇਅਰ ਨੂੰ ਐਡਰੈਸ ਕਰੋ ਤੁਸੀਂ। ਪ੍ਰਸ਼ਨ ਕਾਲ ਦੀ ਸਮਾਪਤੀ ਤੋਂ ਬਾਅਦ ਹੁਣ ਵਿੱਤ ਮੰਤਰੀ ਵੱਲੋਂ ਬਜਟ ਪੇਸ਼ ਕੀਤਾ ਜਾਵੇਗਾ। ਹੁਣ ਮੈਂ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਨੂੰ ਬੇਨਤੀ ਕਰਦਾ ਕਿ ਉਹ ਸਾਲ 2022-23 ਲਈ ਬਜਟ ਅਨੁਮਾਨ ਪੇਸ਼ ਕਰਨ। ਮਾਨਯੋਗ ਸਪੀਕਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ, ਧੰਨਵਾਦ। ਇਸ ਤੋਂ ਪਹਿਲਾਂ ਕਿ ਮੈਂ ਬਜਟ ਪੜਾਂ, ਮੈਂ ਸਾਰੇ ਮੈਂਬਰ ਸਹਿਬਾਨਾਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਹਾਂ ਕਿ ਅੱਜ ਪੂਰਾ 1 ਸਾਲ ਹੋ ਗਿਆ ਹੈ। ਅੱਜ ਤੋਂ 1 ਸਾਲ ਪਹਿਲਾਂ ਆਪਾਂ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਨੇ ਇਸ ਮੁਕੱਦਸ ਹਾਊਸ ਦੇ ਵਿੱਚ ਚੁਣ ਕੇ ਭੇਜਿਆ ਸੀ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ। ਮੰਤਰੀ ਜੀ 1 ਮਿੰਟ। ਪੰਜਾਬ ਬਜਟ ਐਪ ਵਾਸਤੇ ਲੋਕ ਸਾਰੇ ਮੈਂਬਰਾਂ ਵਾਸਤੇ ਖੋਲ ਦਿੱਤਾ ਗਿਆ ਹੈ, ਉਪਲਬਧ ਕਰਵਾ ਦਿੱਤਾ ਹੈ। ਜੇਕਰ ਕਿਸੇ ਵੀ ਮੈਂਬਰ ਸਭਾ ਨੂੰ ਡਿਫਿਕਲਟੀ ਆਉਂਦੀ ਹੈ ਤਾਂ ਉਹਨਾਂ ਨੂੰ ਹਾਰਡ ਕਾਪੀ ਮੁਹੱਈਆ ਕਰਵਾ ਦਿਆਂਗੇ। ਹਾਂਜੀ ਸਪੀਕਰ ਸਾਹਿਬ, ਇਸ ਅਜ਼ੀਮ ਸਦਨ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦੂਜਾ ਬਜਟ ਪੇਸ਼ ਕਰਦੇ ਹੋਏ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਮੈਂ ਅੱਜ ਆਪ ਸਰਕਾਰ ਦੇ ਪਹਿਲੇ ਬਜਟ ਵਾਂਗ ਇਸ ਬਜਟ ਨੂੰ ਡਿਜੀਟਲ ਰੂਪ ਵਿੱਚ ਪੇਸ਼ ਕਰਨ ਦੀ ਇਜਾਜ਼ਤ ਦੇਣ ਦੀ ਤੁਹਾਡਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਮਾਨਯੋਗ ਸਪੀਕਰ ਸਾਹਿਬ, ਪੰਜਾਬ ਗੁਰੂਆਂ ਅਤੇ ਪੀਰਾਂ ਦੀ ਧਰਤੀ ਹੈ ਜਿਨ੍ਹਾਂ ਨੇ ਸਮੇਂ-ਸਮੇਂ ਤੇ ਨਿਰੋਏ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਲਈ ਸਾਡੀ ਰਹਿਨੁਮਾਈ ਕੀਤੀ ਹੈ। ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਇੱਕ ਸ਼ਬਦ ਦਾ ਹਵਾਲਾ ਦੇਣਾ ਚਾਹੁੰਦਾ ਹਾਂ, ਜਿਸ ਵਿੱਚ ਉਹਨਾਂ ਨੇ ਆਪਣੇ ਅਧਿਆਤਮਿਕ ਸਥਾਨ ਦੀ ਸਿਰਜਣਾ ਦਾ ਪ੍ਰਗਟਾਵਾ ਕੀਤਾ ਹੈ।
मानयोग स्पीकर साहब, महाराज जी कहते हैं बेगमपुरा शहर को नाओ, दुख अंदो नाहे तठाओ। भाव मेरा घर दुखों तो मुक्त है, इस विच दर्द ते चिंतावां लई कोई थां नहीं है। मानयोग स्पीकर साहब, मैं वित्ती साल 2023-24 ਲਈ 96,462 ਕਰੋੜ ਦੇ ਕੁੱਲ ਬਜਟ ਖਰਚ ਦੀ ਤਜਵੀਜ਼ ਰੱਖਦਾ ਹਾਂ, ਜੋ ਵਿੱਤੀ ਸਾਲ 2022-23 ਦੇ ਮੁਕਾਬਲੇ 26% ਦੇ ਵਾਧੇ ਨੂੰ ਦਰਸਾਉਂਦਾ ਹੈ। ਹੁਣ ਮੈਂ ਵਿੱਤੀ ਸਾਲ 2023-24 ਦੌਰਾਨ ਰਾਜ ਦੇ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਜਾਣ ਵਾਲੀਆਂ ਪਹਿਲ ਕਦਮੀਆਂ ਅਤੇ ਪ੍ਰੋਗਰਾਮਾਂ ਲਈ ਤਜਵੀਜ਼ਤ ਬਜਟ ਉਪਬੰਧਾਂ ਦੇ ਨਾਲ ਵਿਕਾਸ ਦੀ ਰੂਪਰੇਖਾ ਪੇਸ਼ ਕਰਨਾ ਚਾਹਾਂਗਾ। स्पीकर साहब, जेकर गल की जाए खेतीबाड़ी ते किसान भलाई दी, तो मैं खेतीबाड़ी ते सहायक खेतरां लई 2023-24 लई 13,888 करोड़ रुपए दे उपबंध दी तजवीज रखदा हां, जो कि पिछले साल दे मुकाबले 20% वध है। जेकर गल की जाए किसानां नूं मुफ्त बिजली देण दी, तो मैं दसना चाहता हाँ स्पीकर साहब कि साडी सरकार मुफ्त बिजली की सेवा जारी रखेगी ते इस उद्देश्य लिए असं 9,331 करोड़ रुपए की रकम राखवी करने का प्रस्ताव रखते हैं। साडे पशु धन के भविख विच आउण वाले खतरिਆਂ नाल नजिठण लई मैं पशुआं ते मुर्गियां दे टीकाकरण लई वित्ती साल 2023-24 विच 25 करोड़ की रकम का प्रस्ताव भी रखदा हाँ। इस दे नाल ही स्पीकर साहब, मैं स्कूली ते उचेरी सिक्ख्या लई 17,074 करोड़ रुपए के उपबंध की तजवीज रखदा, जो कि पिछले साल दे नालों 12% का वाधा है। स्पीकर साहब, मैं स्कूलों नूं स्कूल ऑफ एमिनेंस विच अपग्रेड करन लई वित्ती साल 2023-24 विच 200 करोड़ रुपए के शुरुआती बजट का भी प्रस्ताव रखदा हां। राज दे सरकारी कॉलेजां विच बुनियादी ढांचे ਦੇ ਵਿਕਾਸ, ਬੁਨਿਆਦੀ ਢਾਂਚੇ ਦੇ ਸੁਧਾਰ ਅਤੇ ਲਾਇਬ੍ਰੇਰੀਆਂ ਦੀ ਸਥਾਪਨਾ ਲਈ मैं 68 करोड़ रुपए का बजट प्रस्तावित है। मैं ये भी दसना चाहता हाँ कि कैंसर के मरीजों लिए सरकारी मेडिकल कॉलेज अमृतसर विखे 119 करोड़ रुपए की लागत नाल स्टेट कैंसर इंस्टीट्यूट ਅਤੇ फाजिलका विखे 46 करोड़ रुपए की लागत नाल कैंसर केयर सेंटर जल्दी शुरू होने की उम्मीद भी है। इस दे नाल ही मैं वित्ती साल 2023-24 विच सेहत और परिवार भलाई लई 4,780 करोड़ रुपए का बजट उपबंध करने का भी प्रस्ताव रखदा हां। स्पीकर साहब, साडी सरकार अनुसूचित जातां, पिछड़े वर्गां, घट गिणतियां ते समाज दे सारे कमजोर वर्गां दे सशक्तिकरण, निगरानी ਅਤੇ ਸਮੁੱਚੇ विकास ਲਈ प्रतिबद्ध है। मैं वित्ती साल 2023-24 दौरान अनुसूचित जातां सब प्लान ਲਈ 13,878 करोड़ रुपए की तजवीज रखदा हां। सर पॉइंट ऑफ ऑर्डर जी। राजा जी, कंप्लीट हो जाएगा। ਤੁਸੀਂ ਬੈਂਸ ਤੇ ਪ੍ਰੋਪਰ ਗੱਲ ਕਰ ਲੈਣਾ, ਐਵੇਂ ਵਿੱਚ ਚੁੰਝ ਜੀ ਮਾਰਨ ਦਾ ਕੋਈ ਫਾਇਦਾ ਨਹੀਂ। ਹਾਂਜੀ ਸਰ, ਪਹਿਲਾਂ ਵੀ ਬਜਟ ਤੇ ਪੁਆਇੰਟ ਆਫ ਆਰਡਰ ਮੰਗਦੇ ਰਹੇ ਆ ਜੀ। ਲੈਟ ਹਿਮ ਕੰਪਲੀਟ। ਕੋਈ ਗੱਲ ਨਹੀਂ ਜੀ, ਕੱਲ ਨੂੰ ਪੂਰਾ ਦਿਨ ਦੇ ਦੇਵਾਂਗੇ। ਮੰਤਰੀ ਜੀ, ਤੁਸੀਂ ਕੰਟੀਨਿਊ ਕਰੋ। ਸਰ ਪੁਆਇੰਟ ਆਫ ਆਰਡਰ ਦਿਓ ਜੀ। ਨੋ ਪੁਆਇੰਟ ਆਫ ਆਰਡਰ, ਨੋ ਪੁਆਇੰਟ ਆਫ ਆਰਡਰ। ਸਰ ਪੁਆਇੰਟ ਆਫ ਆਰਡਰ ਚ नो पॉइंट ऑफ ऑर्डर राजा जी, नो पॉइंट ऑफ ऑर्डर। सब दे दो जी पॉइंट ऑफ ऑर्डर। राजा जी, नो पॉइंट ऑफ ऑर्डर, नो पॉइंट ऑफ ऑर्डर। हां जी मंत्री जी, ਤੁਸੀਂ ਕੰਟੀਨਿਊ ਕਰੋ। ਹੁਣ ਮੈਂ ਵਿੱਤੀ ਸਾਲ 2023-24 ਵਿੱਚ ਸੜਕਾਂ ਦੀ ਮੁਰੰਮਤ ਲਈ ਵੀ ਇੱਕ ਵਿਸ਼ੇਸ਼ ਪ੍ਰੋਗਰਾਮ ਚਲਾਉਣ ਦੀ ਤਜਵੀਜ਼ ਰੱਖਦਾ ਹਾਂ, ਜਿਸ ਦਾ ਅਨੁਮਾਨਿਤ ਖਰਚਾ 1,992 ਕਰੋੜ ਰੁਪਏ ਹੋਵੇਗਾ। ਇਹਨਾਂ ਸੜਕਾਂ ਦੀ ਮੁਰੰਮਤ ਪਿਛਲੇ 6 ਸਾਲਾਂ ਤੋਂ ਲੰਬਿਤ ਹੈ। ਪੰਜਾਬ ਦੇ ਪਿੰਡੂ ਖੇਤਰਾਂ ਦੇ ਸੰਪੂਰਨ ਅਤੇ ਵਿਆਪਕ ਵਿਕਾਸ ਦੇ ਸਾਡੇ ਵਾਅਦੇ ਤੇ ਅੱਗੇ ਵਧਦਿਆਂ ਹੋਇਆਂ ਮੈਂ ਵਿੱਤੀ ਸਾਲ 2023-24 ਵਿੱਚ 3,319 ਕਰੋੜ ਰੁਪਏ ਅਲਾਟ ਕਰਨ ਦਾ ਵੀ ਪ੍ਰਸਤਾਵ ਰੱਖਦਾ ਹਾਂ, ਜੋ ਕਿ ਵਿੱਤੀ ਸਾਲ 2022-23 ਦੇ ਮੁਕਾਬਲੇ 11% ਦਾ ਵਾਧਾ ਦਰਸਾਉਂਦਾ ਹੈ। ਅੰਤ ਵਿੱਚ ਮਾਨਯੋਗ ਸਪੀਕਰ ਸਾਹਿਬ, ਮੈਂ ਵਿੱਤੀ ਵਿਭਾਗ ਅਤੇ ਯੋਜਨਾ ਵਿਭਾਗ ਦੇ ਅਧਿਕਾਰੀਆਂ ਅਤੇ ਮਿਹਨਤੀ ਸਟਾਫ ਦੀ ਟੀਮ ਦੀ ਸ਼ਲਾਘਾ ਕਰਨ ਲਈ ਪ੍ਰੇਰਿਤ ਹਾਂ, ਜਿਨ੍ਹਾਂ ਨੇ ਇਸ ਜਟਿਲ ਕਾਰਜ ਨੂੰ ਪੂਰਾ ਕਰਨ ਲਈ ਸੰਜੀਦਗੀ ਨਾਲ ਦਿਨ ਰਾਤ ਕੰਮ ਕੀਤਾ। ਇਹਨਾਂ ਸ਼ਬਦਾਂ ਨਾਲ ਹੀ ਮੈਂ ਇਸ ਅਜ਼ੀਮ ਸਦਨ ਦੇ ਸਨਮੁਖ ਵਿੱਤੀ ਸਾਲ 2023-24 ਦੀਆਂ ਬਜਟ ਤਜਵੀਜ਼ਾਂ ਪ੍ਰਵਾਨਗੀ ਲਈ ਪੇਸ਼ ਕਰਦਾ ਹਾਂ। ਧੰਨਵਾਦ ਮੰਤਰੀ ਜੀ। ਜਿਸ ਤਰ੍ਹਾਂ ਲੀਡਰ ਆਫ ਦਾ ਹਾਊਸ ਨੇ ਕਿਹਾ ਸੀ ਕਿ ਕੁਝ ਸਾਥੀਆਂ ਨੇ ਪੂਰਾ ਸਮਾਂ ਬੈਠ ਕੇ ਬਜਟ ਨੂੰ ਸੁਣਿਆ, ਬਜਟ ਦੀ ਸੈਂਟਨੀ ਨੂੰ ਮੰਨਿਆ, ਬਜਟ ਤੇ ਚਰਚਾ ਕਰਨ ਲਈ ਸਾਰਿਆਂ ਨੂੰ ਮੌਕਾ ਦਿੱਤਾ ਜਾਏਗਾ। ਸਭ ਤੋਂ ਪਹਿਲਾਂ
ਗੁਰਜੀਤ ਸਿੰਘ MLA ਜੀ ਬੋਲਣਗੇ। ਹਾਂਜੀ ਰਾਧਾ ਜੀ। ਧੰਨਵਾਦ ਸਪੀਕਰ ਸਾਹਿਬ। ਮੈਂ ਅੱਜ ਕ੍ਰਿਟਿਸਾਈਜ਼ ਕਰਨ ਲਈ ਖੜਾ ਨਹੀਂ ਹੋਇਆ, ਨਾ ਹੀ ਮੈਂ ਕੋਈ ਅੰਕੜੇ ਪੇਸ਼ ਕਰਨੇ ਹਨ। ਮੈਂ ਕੁਝ ਸੁਝਾਅ ਦੇਣਾ ਚਾਹੁੰਦਾ ਹਾਂ ਜਿਸ ਦੀ ਅੱਜ ਪੰਜਾਬ ਨੂੰ ਲੋੜ ਹੈ। ਮੈਂ 3 ਸਬਜੈਕਟਸ ਤੇ ਗੱਲ ਕਰਾਂਗਾ। ਪਹਿਲਾ, ਪ੍ਰਧਾਨ ਮੰਤਰੀ ਕਿਸਾਨ ਯੋਜਨਾ ਅਧੀਨ ਇੰਸਟੀਟਿਊਟਸ ਨੂੰ ਪੈਸੇ ਨਹੀਂ ਪਹੁੰਚੇ। ਦੂਸਰਾ, ਡਰੇਨ ਨੂੰ ਲੈ ਕੇ ਸਰਕਾਰ ਨੂੰ ਕੁਝ ਅਹਿਮ ਫੈਸਲੇ ਲੈਣ ਦੀ ਲੋੜ ਹੈ। ਤੀਸਰਾ, ਝੋਨੇ ਦੀ ਬਿਜਾਈ ਘੱਟ ਕਰਨ ਲਈ ਸਰਕਾਰ ਨੂੰ ਕੋਈ ਕਾਰਵਾਈ ਕਰਨੀ ਚਾਹੀਦੀ ਹੈ। ਧੰਨਵਾਦ ਮੰਤਰੀ ਜੀ। ਖਹਿਰਾ ਸਾਹਿਬ, ਤੁਹਾਨੂੰ ਪਾਰਟੀ ਨੇ ਬੋਲਣ ਲਈ 10 ਮਿੰਟ ਦਾ ਸਮਾਂ ਦਿੱਤਾ ਹੈ। ਥੈਂਕ ਯੂ ਸਪੀਕਰ ਸਾਹਿਬ। ਮੈਂ ਬਜਟ ਤੇ ਥੋੜੀ ਜੀ ਪੰਛੀ ਛਾਤ ਜੀਆਂ ਗੱਲਾਂ ਹੀ ਕਰਾਂਗਾ, ਕਿਉਂਕਿ ਮੈਂ ਕੋਈ ਵੱਡਾ ਆਰਥਿਕ ਮਾਹਿਰ ਨਹੀਂ ਹਾਂ, ਪਰ ਬਜਟ ਤੇ ਜੇ ਬੇਸਿਕ ਨਿਗਾਹ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਇਸ ਬਜਟ ਵਿੱਚ ਪਿਛਲੇ ਸਾਲ ਨਾਲੋਂ, ਸੁਣਿਓ ਜੀ, 31000 ਕਰੋੜ ਰੁਪਏ ਦੇ ਕਰਜ਼ੇ ਦਾ ਇਜ਼ਾਫਾ ਹੋਇਆ ਹੈ। ਸੈਟ ਆਫ ਪ੍ਰੋਜੈਕਸ਼ਨ ਉਹ ਤਕਰੀਬਨ 35000 ਕਰੋੜ ਰੁਪਏ ਹੈ। ਸੋ ਅਗਰ ਇਸ ਸਪੀਡ ਤੇ ਸਰਕਾਰ ਕਰਜ਼ਾ ਚੁੱਕਦੀ ਜਾਵੇਗੀ ਤਾਂ ਬਾਏ ਦਾ ਐਂਡ ਆਫ 5 ਇਅਰਸ ਜੇਕਰ ਇਹ ਸਰਕਾਰ 5 ਸਾਲ ਪੂਰੇ ਕਰਦੀ ਹੈ ਤਾਂ ਸਮਝ ਲਿਓ 2 ਲੱਖ ਕਰੋੜ ਰੁਪਏ ਦੇ ਕਰਜ਼ੇ ਦਾ ਹੋਰ ਭਾਰ ਵਧੇਗਾ। ਸਪੀਕਰ ਸਾਹਿਬ, ਮੈਂ ਐਗਰੀਕਲਚਰ ਦੀ ਗੱਲ ਕਰਨੀ ਚਾਹੁੰਦਾ ਹਾਂ, ਕਿਉਂਕਿ ਸਾਡਾ ਖੇਤੀ ਪ੍ਰਧਾਨ ਸੂਬਾ ਹੈ। ਜਿਹੜਾ ਐਲੋਕੇਸ਼ਨ ਐਗਰੀਕਲਚਰ ਵਾਸਤੇ ਇਸ ਵਰਗੇ ਪ੍ਰੋਜੈਕਟ ਹੈ ਉਹ 13900 ਕਰੋੜ ਰੁਪਏ ਹੈ। ਸਪੀਕਰ ਸਾਹਿਬ, ਪੰਜਾਬ ਇੱਕ ਲੈਂਡ ਲੌਕਡ ਸਟੇਟ ਹੈ। ਪੰਜਾਬ ਦੇ ਕੋਲ ਕੁਦਰਤੀ ਕੋਈ ਸਰੋਤ ਨਹੀਂ। ਪੰਜਾਬ ਕੋਲ ਸਿਰਫ ਪਾਣੀ ਕੁਦਰਤੀ ਸਰੋਤ ਹੈ। ਪਾਣੀ ਦਾ ਸਰੋਤ ਬਹੁਤ ਵੱਡੀ ਤਾਦਾਦ ਦੇ ਵਿੱਚ ਰਾਜਸਥਾਨ, ਦਿੱਲੀ ਤੇ ਜਿਹੜਾ ਹਰੀਕੇ ਵਿੱਚ ਪਾਕਿਸਤਾਨ ਦੇ ਵਿੱਚ ਜਾ ਰਿਹਾ ਹੈ, ਉਸ ਨੂੰ ਰੋਕ ਨਹੀਂ ਸਕਦੇ। ਸੋ ਸਾਡੇ ਕੋਲ ਇਸ ਦਾ ਕੀ ਹੱਲ ਹੈ? ਸਪੀਕਰ ਸਾਹਿਬ, ਲੈਂਡ ਲੌਕਡ ਸਟੇਟ ਹੈ, ਬੰਦਰਗਾਹ ਕੋਈ ਨਹੀਂ ਹੈ, ਕੋਈ ਮਿਲਨ ਨਹੀਂ ਹੈ। ਸਪੀਕਰ ਸਾਹਿਬ, ਦਾ ਓਨਲੀ ਵੇ ਫॉर ਸਰਵਾਈਵਲ ਇਸ ਕੀ ਪਾਕਿਸਤਾਨ ਨਾਲ ਪੁਰਾਣਾ ਸਿਲਕ ਰੂਟ ਸ਼ੁਰੂ ਕੀਤਾ ਜਾਵੇ। ਤੁਸੀਂ ਜੇ ਪਾਕਿਸਤਾਨ ਨਾਲ ਵਪਾਰ ਨਹੀਂ ਖੋਲੋਗੇ, ਭਗਵੰਤ ਮਾਨ ਸਾਹਿਬ, ਮੇਰੀ ਗੱਲ ਯਾਦ ਰੱਖਣਾ, ਜਿੰਨੀ ਮਰਜ਼ੀ ਆਪਾਂ ਬਜਟ ਦੇ ਵਿੱਚ ਮੂੰਗੀ ਦੇ ਲਈ ਤੇ ਬਾਸਮਤੀ ਦੇ ਲਈ ਪੈਸੇ ਰੱਖ ਲਈਏ, ਵੀ ਜਸਟ ਕੈਨ ਨੋਟ ਸਰਵਾਈਵ। ਸੋ ਚਾਹੀਦਾ ਇਹ ਹੈ ਕਿ ਪੰਜਾਬ ਦੀ ਸਰਕਾਰ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਉੱਥੇ ਪ੍ਰਾਈਮ ਮਿਨਿਸਟਰ ਲੈਵਲ ਤੇ ਜਾਈਏ। ਸਪੀਕਰ ਸਾਹਿਬ, ਮੈਂ ਇਸ ਬਾਰੇ ਕੁਝ ਕਹਿਣਾ ਚਾਹੁੰਦਾ ਹਾਂ। ਸਪੀਕਰ ਸਾਹਿਬ, ਮੈਨੂੰ ਬੋਲ ਲੈਣ ਦਿਓ, ਮੈਂ ਤਾਂ ਕੋਈ ਨੁਕਤਾਚੀਨੀ ਕਰ ਹੀ ਨਹੀਂ ਰਿਹਾ। ਖੈਰਾ ਸਾਹਿਬ, ਪਾਕਿਸਤਾਨ ਬਾਰੇ ਜੋ ਤੁਸੀਂ ਬੋਲ ਰਹੇ ਹੋ, ਇਹ ਤੁਹਾਡੀ ਲਾਈਨ ਆ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੀ ਲਾਈਨ ਆ? ਸਿਰਫ ਆਹੀ ਦੱਸ ਦਿਓ ਮੈਨੂੰ। ਸਪੀਕਰ ਸਾਹਿਬ, ਮੈਂ ਕਹਿ ਰਿਹਾ ਹਾਂ, ਮੰਤਰੀ ਸਾਹਿਬ ਭਾਵੇਂ ਇਸ ਨੂੰ ਮੇਰੀ ਪਾਰਟੀ ਦੀ ਲਾਈਨ ਮੰਨਦੇ ਹਨ, ਪਰ ਇਹ ਪੰਜਾਬ ਦੀ ਲਾਈਨ ਹੈ। ਦਿਸ ਇਜ਼ ਦਾ ਵੌਇਸ ਆਫ 3 ਕਰੋੜ ਪੰਜਾਬੀ। ਆ ਸੁਣ ਲਿਓ ਜੀ, ਇਫ ਯੂ ਵਾਂਟ ਟੂ ਲਿਸਨ ਟੂ ਇਟ। ਕੀ ਇਹ ਪੰਜਾਬ ਕਾਂਗਰਸ ਦੀ ਲਾਈਨ ਹੈ? ਮੰਤਰੀ ਜੀ, ਤੁਸੀਂ ਕਿਉਂ ਇਸ ਗੱਲ ਵਿੱਚ ਪੈਂਦੇ ਹੋ? ਸਪੀਕਰ ਸਾਹਿਬ, ਮਿਨਿਸਟਰ ਸਾਹਿਬ ਟਾਈਮ ਵੇਸਟ ਕਰ ਰਹੇ ਹਨ। ਮੈਂ ਅੱਗੇ ਬੋਲਣਾ ਚਾਹੁੰਦਾ ਹਾਂ। ਧਾਲੀਵਾਲ ਸਾਹਿਬ, ਤੁਸੀਂ ਖੇਤੀਬਾੜੀ ਮੰਤਰੀ ਹੋ। ਮੈਂ ਤੁਹਾਡੇ ਜਰੀਏ ਹੋਲ ਆਫ ਦਾ ਹਾਊਸ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਰੀਆਂ ਦਾਲਾਂ ਇੰਪੋਰਟ ਹੋ ਰਹੀਆਂ ਹਨ ਪੰਜਾਬ ਵਿੱਚ, ਕੀ ਨਹੀਂ ਹੋ ਸਕਦਾ। ਸੋ ਧਾਲੀਵਾਲ ਸਾਹਿਬ, ਦਿਸ ਇਜ਼ ਫॉर ਯੂ ਟੂ ਅੰਡਰਸਟੈਂਡ ਕਿ ਤੁਸੀਂ ਜਲਦ ਤੋਂ ਜਲਦ ਸੈਂਟਰ ਦੇ ਐਗਰੀਕਲਚਰ ਮਿਨਿਸਟਰ ਨਾਲ ਮਿਲੋ। ਧੰਨਵਾਦ ਖਹਿਰਾ ਸਾਹਿਬ। ਮਨਪ੍ਰੀਤ ਸਿੰਘ ਯਾਰੀ ਜੀ ਬੋਲਣਗੇ। ਸਪੀਕਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਮੈਨੂੰ ਬਜਟ ਤੇ ਬੋਲਣ ਦਾ ਮੌਕਾ ਦਿੱਤਾ। ਕੱਲ ਸਤਿਕਾਰਯੋਗ ਵਿੱਤ ਮੰਤਰੀ ਜੀ ਦੁਆਰਾ ਬਜਟ ਪੇਸ਼ ਕੀਤਾ ਗਿਆ। ਉਸ ਵਿੱਚ ਜੋ ਵੀ ਚੰਗੀਆਂ ਮਾੜੀਆਂ ਗੱਲਾਂ ਹਨ, ਇਹ ਨਹੀਂ ਕਿ ਅਸੀਂ ਵਿਰੋਧ ਵਿੱਚ ਹਾਂ ਤਾਂ ਵਿਰੋਧ ਹੀ ਕਰਾਂਗੇ। ਕੁਝ ਚੰਗੀਆਂ ਗੱਲਾਂ ਹਨ ਤਾਂ ਉਸ ਨੂੰ ਚੰਗੀ ਵੀ ਕਹਾਂਗੇ। ਹੁਣੇ ਜਿਹੜੇ ਮੈਂਬਰ ਸਾਹਿਬ ਗੱਲ ਕਰਕੇ ਹਟੇ ਹਨ ਕਿ ਜਿਹੜਾ ਪਿਛਲੇ ਸਾਲ ਦਾ ਸਾਰਾ ਬਜਟ ਸੀ ਉਹ ਤਨਖਾਹ ਤੇ ਪੈਨਸ਼ਨਾਂ ਤੇ ਹੀ ਲੱਗਿਆ ਹੈ। ਇਸ ਵਿੱਚ ਕੋਈ ਵੀ ਲੰਬਾ ਚੌੜਾ ਡਿਵੈਲਪਮੈਂਟ ਦਾ ਪ੍ਰੋਜੈਕਟ ਸ਼ਾਮਿਲ ਨਹੀਂ ਹੋ ਸਕਿਆ। तो इसके अलावा ਜਿਹੜੀ ਸਰਕਾਰ ਨੇ 600 ਯੂਨਿਟ ਮਾਫ ਕੀਤੇ ਹਨ ਬਿਜਲੀ ਦੇ, ਇਹ ਬਹੁਤ ਚੰਗਾ ਉਪਰਾਲਾ ਹੈ। ਕਾਫੀ ਲੋਕਾਂ ਨੂੰ ਇਸ ਨਾਲ ਰਾਹਤ ਵੀ ਮਿਲੀ ਹੈ। ਪਰ ਇਸ ਨਾਲ ਜਿਹੜਾ ਸਾਡੀ ਪਾਵਰਕਾਮ ਨੂੰ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੋਇਆ ਹੈ, ਇਸ ਬਾਰੇ ਕੀ ਪ੍ਰਬੰਧ ਕੀਤਾ ਗਿਆ? ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਔਰਤਾਂ ਦਾ ਬਹੁਤ ਵੱਡਾ ਹੱਥ ਹੈ ਤੇ ਆਮ ਆਦਮੀ ਪਾਰਟੀ ਨੇ ਔਰਤਾਂ ਨੂੰ ਹਰ ਇੱਕ ਮਹੀਨੇ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਤੇ ਅੱਜ ਵੀ ਉਹ ਵਾਅਦਾ ਪੂਰਾ ਨਹੀਂ ਹੋਇਆ। ਮੈਨੂੰ ਲੱਗਦਾ ਹੈ ਕਿ ਸਾਡੀ ਪੰਜਾਬ ਦੀਆਂ ਸਾਰੀਆਂ ਬੀਬੀਆਂ ਨਾਲ ਇੱਕ ਬਹੁਤ ਵੱਡਾ ਧੋਖਾ ਹੋਇਆ ਹੈ। ਇਹ ਜਿਹੜੀਆਂ ਵੀ ਗੱਲਾਂ ਸਰਕਾਰ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਹਨ, ਮੈਂ ਚਾਹੁੰਦਾ ਹਾਂ ਕਿ ਸਰਕਾਰ ਇਹਨਾਂ ਤੇ ਗੌਰ ਕਰੇ। ਧੰਨਵਾਦ ਜੀ। ਧੰਨਵਾਦ ਜੀ। ਧੰਨਵਾਦ ਜੀ। ਠੀਕ ਹੈ ਜੀ। ਹਾਂਜੀ ਨਛੱਤਰਪਾਲ ਜੀ। ਸਪੀਕਰ ਸਾਹਿਬ, ਮੈਂ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਬਜਟ ਸਪੀਚ ਤੇ ਬੋਲਣ ਦਾ ਮੌਕਾ ਦਿੱਤਾ। ਸਿੱਖਿਆ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿੱਚ ਵਾਧਾ ਕਰਨਾ ਚਾਹੀਦਾ ਸੀ। ਪੰਜਾਬ ਦੇ ਅੰਦਰ ਜਿਹੜੀਆਂ ਸਿੱਖਿਆ ਨੀਤੀ ਹੈ, ਰਾਈਟ ਟੂ ਐਜੂਕੇਸ਼ਨ, ਜਿਹੜਾ ਪੂਰੇ ਦੇਸ਼ ਵਿੱਚ ਲਾਗੂ ਹੈ, ਸਾਨੂੰ ਪੰਜਾਬ ਦੇ ਅੰਦਰ ਕੁਆਲਿਟੀ ਆਫ ਐਜੂਕੇਸ਼ਨ ਨੂੰ ਅੱਗੇ ਵਧਾਉਣ ਲਈ
ਲਾਗੂ ਕਰਨਾ ਚਾਹੀਦਾ ਹੈ। ਮਾਨਯੋਗ ਮੰਤਰੀ ਨੂੰ ਅਪੀਲ ਹੈ ਕਿ ਜਿਹੜੇ ਬੱਚੇ ਪੜ੍ਹ ਲਿਖ ਕੇ ਡਾਕਟਰ ਬਣਦੇ ਹਨ ਉਹਨਾਂ ਨਾਲ ਜੋ ਹਰਾਸਮੈਂਟ ਹੁੰਦੀ ਹੈ ਉਸ ਨਾਲ ਅਸੀਂ ਬੱਚਿਆਂ ਨੂੰ ਗਵਾ ਰਹੇ ਹਾਂ। ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜੇ ਸਰਕਾਰ ਵੱਲੋਂ ਸਕੂਲ ਆਫ ਐਮੀਨੈਂਸ ਬਣਾਏ ਜਾ ਰਹੇ ਹਨ ਪਰ ਤੁਸੀਂ ਇਸ ਵਾਸਤੇ ਸਟਾਫ ਕਿੱਥੋਂ ਲੈ ਕੇ ਆਉਣਾ ਹੈ। ਮੈਂ ਸਮਝਦਾ ਹਾਂ ਕਿ ਆਲੇ ਦੁਆਲੇ ਦੇ ਸਕੂਲਾਂ ਵਿੱਚੋਂ ਚੰਗੇ ਅਧਿਆਪਕ ਚੰਗੇ ਸਟਾਫ ਚੁੱਕ ਕੇ ਅਸੀਂ ਸਕੂਲਾਂ ਵਿੱਚ ਫਿੱਟ ਕਰ ਦੇਣਾ ਹੈ। ਧੰਨਵਾਦ ਜੀ, ਬੈਠੋ। ਹੁਣ ਡਾਕਟਰ ਬਲਜੀਤ ਕੌਰ ਜੀ ਬੋਲਣਗੇ। ਸਪੀਕਰ ਸਾਹਿਬ, ਮੇਰੇ ਕੋਲ ਸੋਸ਼ਲ ਸਿਕਿਉਰਿਟੀ ਵੂਮਨ ਐਂਡ ਚਾਈਲਡ ਡਿਵੈਲਪਮੈਂਟ ਡਿਪਾਰਟਮੈਂਟ ਸਨ। ਮੈਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸੰਬੰਧੀ ਗੱਲ ਕਰਨਾ ਚਾਹੁੰਦੀ ਹਾਂ। ਪਿਛਲੇ ਕਈ ਸਾਲਾਂ ਤੋਂ ਵਿਵਾਦਾਂ ਦੇ ਘੇਰੇ ਦੇ ਵਿੱਚ ਰਹੀ ਹੈ। ਕਦੇ ਗਰੀਬ ਬੱਚਿਆਂ ਦੇ ਖਾਣ ਸੰਬੰਧੀ ਤੇ ਕਦੇ ਗਰੀਬ ਬੱਚਿਆਂ ਨੂੰ ਡਿਗਰੀਆਂ ਨਾ ਮਿਲਣ ਕਰਕੇ ਇਹ ਹਰੇਕ ਵਾਰ ਵਿਵਾਦਾਂ ਦੇ ਵਿੱਚ ਰਹੀ ਹੈ। ਸੋ ਇਸ ਵਿਭਾਗ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੀ ਅਗਵਾਈ ਵਿੱਚ ਇਸ ਸਕੀਮ ਨੂੰ ਪੂਰੀ ਟਰਾਂਸਪੇਰੈਂਸੀ ਨਾਲ ਬੱਚਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਉਹਨਾਂ ਬੱਚਿਆਂ ਲਈ ਡਾਕਟਰ BR ਅੰਬੇਦਕਰ ਪੋਰਟਲ ਖੋਲ੍ਹਿਆ ਤਾਂ ਕਿ ਉਹ ਆਨਲਾਈਨ ਅਪਲਾਈ ਕਰ ਸਕਣ। ਮੰਤਰੀ ਜੀ, ਤੁਸੀਂ ਜਲਦੀ ਕੰਕਲੂਡ ਕਰੋ। ਸਰ, ਮੈਂ ਤੁਹਾਡੇ 2 ਮਿੰਟ ਹੀ ਲਵਾਂਗੀ ਤਾਂ ਕਿ ਇਹ ਦੱਸਣਾ ਜ਼ਰੂਰੀ ਹੋ ਜਾਂਦਾ ਕਿ ਅਸੀਂ ਪੰਜਾਬ ਦੀਆਂ ਮਹਿਲਾਵਾਂ ਲਈ ਕੀ ਕਰ ਰਹੇ ਹਾਂ। ਸਭ ਤੋਂ ਪਹਿਲਾਂ ਸਾਡੀ ਸਰਕਾਰ ਆਪਣੀਆਂ ਪੰਜਾਬ ਦੀਆਂ ਬੇਟੀਆਂ ਨੂੰ ਇਹ ਸੁਨੇਹਾ ਦੇਵੇਗੀ ਕਿ ਜ਼ਿੰਦਗੀ ਨਾਲ ਕਦੇ ਵੀ ਸਮਝੌਤਾ ਨਾ ਕਰਨ ਅਤੇ ਆਪਣੇ ਹੌਸਲੇ ਬੁਲੰਦ ਕਰਨ। ਤੇ ਦੂਸਰਾ, ਆਂਗਨਵਾੜੀ ਵਰਕਰ ਜੋ ਕਿ ਮੇਰੇ ਡਿਪਾਰਟਮੈਂਟ ਦਾ ਬਹੁਤ ਹੀ ਇੰਪੋਰਟੈਂਟ ਵਿਭਾਗ ਹਨ, ਲਗਭਗ 5700 ਦੇ ਕਰੀਬ ਇਹਨਾਂ ਦੀ ਭਰਤੀ ਚੱਲ ਰਹੀ ਹੈ। ਸੋ ਹੁਣ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਹਾਂ ਕਿ ਉਹਨਾਂ ਨੇ ਪਹਿਲੀ ਵਾਰੀ ਪੰਜਾਬ ਵਿੱਚ ਜੈਂਡਰ ਬਜਟ ਲਾਗੂ ਕੀਤਾ। ਥੈਂਕ ਯੂ। ਰਾਧਾ ਵੜਿੰਗ ਜੀ। ਰਾਧਾ ਜੀ, ਤੁਹਾਡੀ ਪਾਰਟੀ ਦਾ ਸਮਾਂ ਉੱਪਰ ਹੋ ਗਿਆ ਹੈ, ਤੁਹਾਨੂੰ 5 ਮਿੰਟ ਦਿੱਤੇ ਜਾਂਦੇ ਹਨ। ਸਰ 5 ਮਿੰਟਾਂ ਵਿੱਚ ਕੀ ਬੋਲਾਂਗਾ ਜੀ। ਸਪੀਕਰ ਸਾਹਿਬ, ਜਿਹੜੀਆਂ ਕੁਝ ਗੱਲਾਂ ਬਜਟ ਵਿੱਚ ਨਹੀਂ ਰੱਖੀਆਂ ਗਈਆਂ ਉਹਨਾਂ ਬਾਰੇ ਮੈਂ ਲੋਕਾਂ ਨੂੰ ਚਾਨਣਾ ਪਾਉਣਾ ਚਾਹੁੰਦਾ। ਪੰਜਾਬੀ ਯੂਨੀਵਰਸਿਟੀ ਦੇ VC ਸਾਹਿਬ ਨੇ ਬੜਾ ਖਤਰਨਾਕ ਬਿਆਨ ਦਿੱਤਾ ਜੀ। ਉਹਨਾਂ ਨੇ ਕਿਹਾ ਸੀ ਕਿ ਮੈਂ ਸਟੂਡੈਂਟਸ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਕਿਰਪਾ ਕਰਕੇ ਇਸ ਵਾਸਤੇ ਆਵਾਜ਼ ਬੁਲੰਦ ਕਰੋ, ਨਹੀਂ ਤਾਂ ਯੂਨੀਵਰਸਿਟੀ ਬੰਦ ਹੋ ਜਾਵੇਗੀ। ਮੈਂ ਉਮੀਦ ਕਰਦਾ ਕਿ ਇਸ ਤੇ ਮੁੱਖ ਮੰਤਰੀ ਅਤੇ ਫਾਈਨਾਂਸ ਮਿਨਿਸਟਰ ਸਾਹਿਬ ਜ਼ਰੂਰ ਧਿਆਨ ਦੇਣਗੇ ਕਿਉਂਕਿ ਇਹ ਗੱਲ ਵਾਰ-ਵਾਰ ਆਉਂਦੀ ਹੈ ਤੇ ਇਸ ਨੂੰ ਨਿਬੇੜ ਦੇਣਾ ਚਾਹੀਦਾ ਹੈ ਜੀ। ਪਿਛਲੀ ਵਾਰ ਮੁੱਖ ਮੰਤਰੀ ਜੀ ਨੇ ਕਿਹਾ ਸੀ ਕਿ 16 ਮੈਡੀਕਲ ਕਾਲਜ ਖੁੱਲਣਗੇ ਜੀ। ਇਹ ਬਹੁਤ ਵੱਡਾ ਕਦਮ ਸੀ। ਅਸੀਂ ਆਪਣੇ ਆਪ ਵਿੱਚ ਮਹਿਸੂਸ ਕਰਦੇ ਸਾਂ ਕਿ 16 ਮੈਡੀਕਲ ਕਾਲਜ ਖੁੱਲਣਗੇ। ਕੰਕਲੂਡ ਕਰੋ ਜੀ। ਸਰ ਜੀ, ਇੱਕ ਪੇਜ ਹੀ ਹੋਇਆ ਜੀ, ਇੱਕ ਵੀ ਮੈਡੀਕਲ ਕਾਲਜ ਦੀ ਇੱਟ ਨਹੀਂ ਲੱਗੀ ਜੀ। ਸਪੀਕਰ ਸਾਹਿਬ, ਮੇਰਾ ਇਹ ਸੁਝਾਅ ਹੈ ਕਿ ਕਿਰਪਾ ਕਰਕੇ ਕਿਡਨੀ ਟ੍ਰਾਂਸਪਲਾਂਟ ਵਾਸਤੇ ਵੀ ਕੁਝ ਨਾ ਕੁਝ ਬਿਆਨਬੰਦੀ ਕੀਤੀ ਜਾਵੇ ਤਾਂ ਜੋ ਅਸੀਂ ਗਰੀਬ ਦੇ ਬੱਚਿਆਂ ਦੀ ਜਾਨ ਬਚਾ ਸਕੀਏ। ਸਰ, ਲਾਸਟ ਵਾਰ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਹਾਡਾ ਮੁਹੱਲਾ ਕਲੀਨਿਕ ਇੱਕ ਪਾਇਲਟ ਸਿਸਟਮ ਹੈ ਜੀ, ਜਿਹੜਾ ਦਿੱਲੀ ਦੀ ਤਰਜ਼ ਉੱਤੇ ਪੰਜਾਬ ਵਿੱਚ ਬਣਾਇਆ। ਕੋਈ ਗੱਲ ਨਹੀਂ ਸਰ, ਹਰੇਕ ਸਰਕਾਰ ਦਾ ਕੋਈ ਨਾ ਕੋਈ ਇੱਕ ਪਾਇਲਟ ਸਿਸਟਮ ਹੁੰਦਾ ਹੈ ਜੀ, ਤੇ ਉਹ ਲੇਕਿਨ ਦਿੱਲੀ ਦੇ ਅੰਦਰ ਤਾਂ ਹੋ ਸਕਦਾ ਹੈ ਕਿ ਕਾਮਯਾਬ ਹੋਵੇ। ਮੈਂ ਉਸ ਦਾ ਨਿੰਦਾ ਨਹੀਂ ਕਰਦਾ, ਪਰ ਉਹ ਆਪਣੀ ਕਾਮਯਾਬੀ ਵੱਲ ਵੱਧ ਨਹੀਂ ਰਿਹਾ ਜੀ। ਅਗਰ ਤੁਹਾਨੂੰ ਲੱਗਦਾ ਹੈ ਕਿ ਮੁਹੱਲਾ ਕਲੀਨਿਕ ਚਲਾਉਣੇ ਨੇ ਤਾਂ ਚਲਾਓ, ਪਰ ਮੁੱਖ ਮੰਤਰੀ ਸਾਹਿਬ ਬੈਠੇ ਨੇ, ਫਾਈਨਾਂਸ ਮਿਨਿਸਟਰ ਸਾਹਿਬ ਬੈਠੇ ਨੇ, ਪਰ ਅੱਜ ਪੰਜਾਬ ਦੇ ਚੰਗੇ ਹਸਪਤਾਲਾਂ ਵਿੱਚ ਕੋਈ ਡਾਕਟਰ ਨਹੀਂ ਹੈ। ਕਿਰਪਾ ਕਰਕੇ ਇਸ ਸਮੱਸਿਆ ਤੇ ਧਿਆਨ ਦਿੱਤਾ ਜਾਵੇ ਜੀ। ਠੀਕ ਹੈ ਰਾਜਾ ਜੀ, ਡਨ। ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਬੋਲਣ ਦਾ ਸਮਾਂ ਦਿੱਤਾ ਜੀ। ਧੰਨਵਾਦ। ਹੁਣ ਮੈਂ ਲੀਡਰ ਆਫ ਦਾ ਹਾਊਸ ਨੂੰ ਬੇਨਤੀ ਕਰਦਾ ਕਿ ਉਹ ਬੋਲੇ। ਸਪੀਕਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਅੱਜ ਬਜਟ ਤੇ ਬੜੇ ਵਿਸਥਾਰ ਸਹਿਤ ਡਿਸਕਸ਼ਨ ਹੋਈ ਹੈ। ਸਾਡੇ ਬਹੁਤ ਸਾਰੇ ਮੈਂਬਰ ਸਾਹਿਬਾਨ ਜਿਹੜੇ ਨੇ ਪਹਿਲੀ ਵਾਰ ਬੋਲੇ ਨੇ ਔਰ ਉਹਨਾਂ 'ਚ ਬਹੁਤ ਜ਼ਿਆਦਾ ਕੌਨਫੀਡੈਂਸ ਦੇਖਣ ਨੂੰ ਮਿਲਿਆ। ਬੜੀ ਹੈਲਥੀ ਡਿਬੇਟ ਹੋਈ ਹੈ। ਲੋਕਤੰਤਰ ਦੀ ਵੀ ਇਹੀ ਮਹੱਤਤਾ ਕਿ ਸਾਰੇ ਪੱਖਾਂ ਦੀ ਗੱਲ ਹੈ ਜਿਹੜੀ ਉਹ ਸੁਣੀ ਜਾਵੇ। ਮੈਂ ਵਿੱਤ ਮੰਤਰੀ ਸਾਹਿਬ ਜੀ ਦੀ ਤਾਰੀਫ ਕਰਨੀ ਚਾਹੁੰਦਾ, ਹਾਲਾਂਕਿ ਪੇਸ਼ੇ ਤੋਂ ਵਕੀਲ ਨੇ, ਪਰ ਇਹਨਾਂ ਨੇ ਕੱਲੀ ਗੱਲ ਬੜੇ ਵਿਸਥਾਰ ਨਾਲ ਸਮਝਾਈ ਹੈ। ਔਰ ਸਭ ਤੋਂ ਵੱਡੀ ਗੱਲ ਕਿ ਇਹ ਬਜਟ ਪਬਲਿਕ ਲੈਂਗੁਏਜ ਦੇ ਵਿੱਚ ਬੋਲਿਆ ਗਿਆ, ਲੋਕਾਂ ਨੂੰ ਸਮਝ ਆਉਣ ਵਾਲਾ ਬਜਟ ਸੀ। ਇਸ ਤੋਂ ਪਹਿਲਾਂ ਕੀ ਹੁੰਦਾ ਸੀ ਜੀ, ਫਲਸਤੀਨ ਦੀਆਂ ਗੱਲਾਂ ਹੁੰਦੀਆਂ ਸੀ, ਇਜ਼ਰਾਈਲ ਦੀਆਂ ਗੱਲਾਂ ਹੁੰਦੀਆਂ ਸੀ, ਲਾਮਾ ਇਕਬਾਲ ਦੀਆਂ ਗੱਲਾਂ ਹੁੰਦੀਆਂ ਸੀ, ਗਾਜ਼ਾ ਪੱਟੀ ਦੀਆਂ ਗੱਲਾਂ ਹੁੰਦੀਆਂ ਸੀ, ਮਿਰਜ਼ਾ ਗਾਲਿਬ ਦੀਆਂ ਗੱਲਾਂ ਹੁੰਦੀਆਂ ਸੀ। ਸਾਨੂੰ ਸਮਝ ਹੀ ਨਹੀਂ ਸੀ ਆਉਂਦੀ। ਇਹ ਬਜਟ ਲੋਕਾਂ ਦਾ ਬਜਟ ਹੈ, ਇਹ ਗੱਲਾਂ ਸਾਨੂੰ ਸਮਝ ਆਉਣ ਵਾਲੀਆਂ ਨੇ। ਇਸ ਤੋਂ ਪਹਿਲਾਂ ਤਾਂ ਹੋਰੇ ਕੁਝ ਬੋਲਦੇ ਰਹੇ ਨੇ। ਟ੍ਰੇਨਿੰਗ ਮੇਰੀ ਨਹੀਂ ਸੀ, ਹਾਲਾਂਕਿ ਉਹ ਟ੍ਰੇਨਿੰਗ ਮੇਰੀ ਨਹੀਂ ਸੀ, ਟ੍ਰੇਨਿੰਗ ਸੀ ਜਿਹੜੀ ਉਹ ਪਹਿਲਾਂ ਨੀਲੇ ਵਾਲੇ ਪਾਸੇ ਹੋਈ, ਫਿਰ ਪੀਲੇ ਵਾਲੇ ਪਾਸੇ ਹੋਏ, ਫਿਰ ਚਿੱਟੇ ਵਾਲੇ ਪਾਸੇ ਆਏ ਤੇ ਅੱਜ ਕੱਲ ਭਗਵੇਂ। ਪਾਰਟੀਆਂ ਕਈ ਬਦਲੀਆਂ ਪਰ ਸ਼ੇਰ ਉਹੀ ਨੇ। ਪਾਰਟੀਆਂ ਬਹੁਤ ਬਦਲੀਆਂ। ਔਰ ਮੈਂ ਪੁਰਾਣੇ ਬਜਟਾਂ ਦੀਆਂ ਸਪੀਚਾਂ ਵੀ ਸੁਣੀਆਂ, ਉਹ ਸ਼ੁਰੂ ਹੀ ਲਹੂ ਤੋਂ ਕਰਦੇ ਸੀ। ਪੰਜਾਬ ਦੀ ਧਰਤੀ ਲਹੂ ਚਾਹੁੰਦੀ ਹੈ। ਉਹ ਕਿੱਥੇ ਚਾਹੁੰਦੀ ਹੈ ਲਹੂ? ਇਹ ਲਹੂ ਨਾ ਲਿਖਣ ਵਾਲੇ ਲਫ਼ਜ਼ ਨੇ। ਆ ਸਾਡਾ ਬਜਟ ਬੜਾ ਸਿੱਧਾ ਜਿਹਾ ਬਜਟ ਹੈ ਜੀ। 26% ਬਜਟ ਦੇ ਵਿੱਚ ਵਾਧਾ ਜੀ, ਲਗਭਗ 2 ਲੱਖ ਕਰੋੜ ਦੇ ਨੇੜੇ ਲੈ ਗਏ।
ਔਰ 20% ਵਾਧਾ ਖੇਤੀ ਦੇ ਬਜਟ 'ਚ ਹੈ ਜੀ, 12% ਵਾਧਾ ਸਿੱਖਿਆ ਦੇ ਬਜਟ 'ਚ ਹੈ। ਇਹ ਮੈਂ ਮੇਨ ਦੱਸ ਰਿਹਾ ਜੀ, ਬਾਕੀ ਸਾਰਾ ਤੁਸੀਂ ਸਰ ਲੋਕਾਂ ਨਾਲ ਪਰ ਕੈਪੀਟਾ ਦੀ ਗੱਲ ਕਰਕੇ ਦੇਖ ਲਓ। ਅੱਧਾ ਘੰਟਾ ਬੋਲੀ ਜਾਇਓ, ਅੱਧੇ ਘੰਟੇ ਬਾਅਦ ਲੋਕ ਕਹਿਣਗੇ ਤੁਸੀਂ ਬੋਲਿਆ ਬਹੁਤ ਸੋਹਣਾ ਬੋਲਿਆ, ਠੀਕ ਹੈ, ਪਰ ਮੈਨੂੰ ਐ ਦੱਸੋ ਮੈਨੂੰ ਕੱਲ ਦੀ ਦਿਹਾੜੀ ਮਿਲ ਜੂ? ਸਰ ਲੋਕਾਂ ਦੇ ਮਨਾਂ ਨੂੰ ਇੱਥੇ ਤੱਕ ਗੱਲ ਪਹੁੰਚੀ ਹੋਈ ਹੈ ਕਿ ਕੋਈ ਚੀਜ਼ ਮਹਿੰਗੀ ਤਾਂ ਨਹੀਂ ਹੋਊਗੀ। ਸਰ ਅਸੀਂ ਤਾਂ ਲੋਕਾਂ ਦੀ ਭਾਸ਼ਾ 'ਚ ਕਿਉਂ ਨਹੀਂ ਬੋਲਦੇ ਜੀ? ਆਹ ਬਜਟ ਲੋਕਾਂ ਦਾ, ਇਹ ਆਮ ਲੋਕਾਂ ਦਾ ਬਜਟ ਹੈ। ਔਰ ਬੀਜੇਪੀ ਵਾਲੇ ਅਸ਼ਵਨੀ ਜੀ ਕਹਿ ਰਹੇ ਸੀ ਕਿ ਇੱਕ ਪਾਸੇ ਤਾਂ ਤੁਸੀਂ ਸੈਂਟਰ ਨੂੰ ਨਿੰਦਦੇ ਹੋ, ਦੂਜੇ ਪਾਸੇ ਸੈਂਟਰ ਤੋਂ ਮੰਗਦੇ ਹੋ। ਸਰ ਅਸੀਂ ਭੀਖ ਮੰਗਦੇ ਆ ਸੈਂਟਰ ਤੋਂ ਜੀ, ਹੱਕ ਮੰਗਦੇ ਆ। ਸੈਂਟਰ ਦਾ ਫਰਜ਼ ਬਣਦਾ ਸਾਨੂੰ ਸਾਡਾ ਬਣਦਾ ਹੱਕ ਦੇਵੇ। GST ਅਸੀਂ ਇਕੱਠਾ ਕਰਕੇ ਦਿੰਨੇ ਆ ਜੀ, ਔਰ ਬਾਅਦ ਚੋਂ ਅਸੀਂ ਫੇਰ ਜਾ ਕੇ ਮੰਗੀਏ ਨਾ। ਤੋਂ ਸੈਂਟਰ ਦਾ ਫਰਜ਼ ਬਣਦਾ ਸਾਨੂੰ ਦੇਵੇ। ਔਰ GST ਦਾ ਸਰ ਸਮਝ ਹੀ ਨਹੀਂ ਆ ਰਿਹਾ ਕਿ ਇਹਨੂੰ ਵਪਾਰੀਆਂ ਨੂੰ ਹਜੇ ਤੱਕ GST ਸਮਝ ਨਹੀਂ ਆਇਆ ਜੀ। GST ਤਾਂ ਉਹ ਗੱਲ ਹੈ ਜੀ ਕਿ ਇੱਕ ਟੀਚਰ ਨੇ ਬੱਚੇ ਨੂੰ ਪੁੱਛਿਆ ਕਿ ਨਿੰਮ ਦੇ ਦਰਖਤ ਨੂੰ ਜਿਹੜੇ 2 ਕੇਲੇ ਲੱਗੇ ਤੇ ਜਦੋਂ ਨਿੰਬੂ ਪੱਕੇ ਤਾਂ ਜਿਹੜਾ ਖਰਬੂਜਾ ਥੱਲੇ ਡਿੱਗਿਆ ਤਾਂ ਥੱਲੇ ਵੇਰ ਕਿੰਨੇ ਸੀ? ਆਹ ਤਾਂ GST ਹੈ, ਆਹ GST ਦਾ ਹਾਲ ਹੈ ਜੀ, ਸਾਨੂੰ ਸਮਝ ਨਹੀਂ ਆ ਰਹੀ। ਔਰ ਖਹਿਰਾ ਸਾਹਿਬ ਜਿਹੜੇ ਤੁਸੀਂ ਕਰਜ਼ੇ ਦੀ ਗੱਲ ਕਰ ਰਹੇ ਸੀ ਜੀ, ਉਹ ਵੀ ਗੱਲ ਕਰੋ ਨਾ ਜਿਹੜਾ 36,000 ਕਰੋੜ ਦਾ ਕਰਜ਼ਾ ਮੋੜਿਆ, 15,900 ਸਮਥਿੰਗ ਅਸੀਂ ਮੂਲਧਨ ਮੋੜਿਆ ਔਰ ਬਾਕੀ ਉਹਦਾ ਵਿਆਜ ਵੀ ਮੋੜਿਆ। ਇਹਦਾ ਮਤਲਬ ਅਸੀਂ ਸਕੂਲ ਬਣਵਾ ਕੇ, ਮੁਹੱਲਾ ਕਲੀਨਿਕ ਬਣਵਾ ਕੇ ਔਰ 600 ਯੂਨਿਟ ਬਿਜਲੀ ਫ੍ਰੀ ਕਰਕੇ ਤੇ 26,000 ਤੋਂ ਵੱਧ ਨੌਕਰੀਆਂ ਦੇ ਕੇ ਕਰਜ਼ਾ ਮੋੜਨ ਦੀ ਪੋਜੀਸ਼ਨ 'ਚ ਆ ਗਏ। ਇਹਦਾ ਮਤਲਬ ਅਸੀਂ ਆਰਥਿਕਤਾ ਵਾਲੀ ਗੱਡੀ ਪਹਿਲੇ ਸਾਲ ਹੀ ਇਸ ਬਾਰੇ ਨਹੀਂ ਬੋਲਦੇ ਤੁਸੀਂ। ਔਰ ਸਰ ਇਹ ਤੋਂ ਪਹਿਲਾਂ ਕੀ ਹੁੰਦਾ ਰਿਹਾ ਜੀ? ਇਸ ਤੋਂ ਪਹਿਲਾਂ ਕੀ ਹੁੰਦਾ ਰਿਹਾ ਇੱਥੇ ਕਿ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ, ਕੰਧਾਂ ਝਾੜੀ ਜਾਂਦੇ ਨੇ। ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ, ਕੰਧਾਂ ਝਾੜੀ ਜਾਂਦੇ ਨੇ, ਜਿਲਦਾਂ ਸਾਂਭੀ ਜਾਂਦੇ ਨੇ ਤੇ ਵਰਕੇ ਪਾੜੀ ਜਾਂਦੇ ਨੇ। ਜਿਉਂਦਿਆਂ ਦੇ ਗਲ ਲੀਰਾਂ ਲਮਕਣ ਕੋਈ ਪੁੱਛਦਾ ਨਹੀਂ, ਜਿਉਂਦਿਆਂ ਦੇ ਗਲ ਲੀਰਾਂ ਲਮਕਣ ਕੋਈ ਪੁੱਛਦਾ ਨਹੀਂ। ਮਰਿਆਂ ਉੱਤੇ ਤਿੱਲੇ ਜੜੀਆਂ ਚਾਦਰਾਂ ਚਾੜੀ ਜਾਂਦੇ ਨੇ। ਓਏ ਉਹਨਾਂ ਦਾ ਵੀ ਤੂੰ ਹੀ ਰੱਬ ਹੈ, ਮੈਨੂੰ ਜਵਾਬ ਤਾਂ ਦੇ ਜਿਹੜੇ ਦੀਵਾਲੀ ਵਾਲੇ ਦਿਨ ਵੀ ਦਿਹਾੜੀ ਜਾਂਦੇ ਨੇ। ਸਰ ਜਿਨ੍ਹਾਂ ਨੇ ਦੀਵਾਲੀ ਵਾਲੇ ਦਿਨ ਜਾ ਕੇ ਵੀ ਰੋਟੀ ਕਮਾਉਣੀ ਹੁੰਦੀ ਹੈ ਨਾ, ਉਹਨਾਂ ਨੂੰ ਪੁੱਛ ਕੇ ਦੇਖੋ, ਉਹਨਾਂ ਦਾ ਹਾਲ ਦੇਖੋ। ਉਹਨਾਂ ਦਾ ਬੱਚਾ ਤਾਂ ਦੀਵਾਲੀ ਤੇ ਦੂਜਿਆਂ ਦੇ ਪਟਾਕੇ ਦੇ ਕੇ ਆਪਣਾ ਮਨ ਪਰਚਾ ਲੈਂਦਾ ਜੀ। ਔਰ ਮੈਨੂੰ ਲੱਗਦਾ ਆਪਾਂ ਕੋਈ 600 ਯੂਨਿਟ ਫ੍ਰੀ ਦੇ ਕੇ ਜਾਂ ਉਹਨਾਂ ਦਾ ਕੋਈ ਨੀਲਾ ਪੀਲਾ ਕਾਰਡ ਬਣਾ ਕੇ ਉਹਨਾਂ ਦੀ ਗਰੀਬੀ ਨਹੀਂ ਚੱਕ ਸਕਦੇ। ਆਪਾਂ ਐਜੂਕੇਸ਼ਨ ਨਾਲ ਉਹਨਾਂ ਦੀ ਗਰੀਬੀ ਚੱਕ ਸਕਦੇ ਹਾਂ ਸਰ। ਹੁਣ ਐਜੂਕੇਸ਼ਨ ਦੀ ਗੱਲ ਚੱਲੀ ਹੈ। ਔਰ ਕਾਂਗਰਸ ਦੇ ਇੱਕ ਭਾਈ ਸਾਹਿਬ ਕਹਿ ਰਹੇ ਸੀ ਕਿ ਵੀ ਪ੍ਰਿੰਸੀਪਲ ਭੇਜੇ ਨੇ ਸਿੰਗਾਪੁਰ, ਕਿਉਂ ਭੇਜੇ ਨੇ? ਸਿੰਗਾਪੁਰ ਤਾਂ 21ਵੇਂ ਨੰਬਰ ਤੇ ਆਉਂਦਾ, ਤੁਸੀਂ ਸਿੰਗਾਪੁਰ ਕਾਹਤੋਂ ਭੇਜੇ ਨੇ, ਅਮਰੀਕਾ ਕਾਹਤੋਂ ਨਹੀਂ ਭੇਜੇ? ਮੈਂ ਕਾਂਗਰਸੀਆਂ ਨੂੰ ਯਾਦ ਦਿਵਾਉਣਾ ਚਾਹੁੰਦਾ ਕਿ ਤੁਹਾਡੇ ਰਾਜ ਦਾ ਆਖਰੀ 3 ਸਾਲ ਜਿਹੜਾ ਤੁਹਾਡਾ ਪ੍ਰਿੰਸੀਪਲ ਰਿਹਾ ਨਾ, ਉਹ ਅਮਰੀਕਾ PhD ਕਰਨ ਗਿਆ। ਚੰਨੀ ਉਹ ਕਹਿੰਦਾ ਮੈਂ ਚੰਨੀ ਕਹਿੰਦਾ ਮੈਂ PhD ਕਰਨ ਗਿਆ ਅਮਰੀਕਾ। ਦੇਖਦੇ ਕੀ ਸਿੱਖ ਕੇ ਆਇਆ, ਉਹਨੂੰ ਪੁੱਛ ਲਾਂਗੇ ਕੀ ਸਿੱਖ ਕੇ ਆਇਆ, ਉਸ ਤੋਂ ਬਾਅਦ ਅਮਰੀਕਾ ਵੀ ਭੇਜ ਦਿਆ ਕਰਾਂਗੇ। ਪਰ ਸਾਹਿਬ ਕਹਿ ਰਹੇ ਸੀ ਕਿ ਬਜਟ ਤੋਂ ਧਿਆਨ ਹਟਾਉਣਾ ਚਾਹੁੰਦੇ ਨੇ। ਬਈ ਅਸੀਂ ਕਿਉਂ ਬਜਟ ਤੋਂ ਧਿਆਨ ਹਟਾਉਣਾ ਜੀ? ਇੰਨਾ ਵਧੀਆ ਬਜਟ ਹੈ, ਅਸੀਂ ਤਾਂ ਬਜਟ ਤੇ ਧਿਆਨ ਦਿਵਾਉਣਾ ਚਾਹੁੰਦੇ ਆ। ਹਰ ਗੱਲ 'ਚ ਰਾਜਨੀਤੀ ਨਾ ਕਰਿਆ ਕਰੋ ਯਾਰ। ਸਾਡੇ ਮੰਤਰੀ ਸਾਹਿਬਾਨ ਬੜੇ ਖੁਸ਼ ਨੇ ਕਿ ਬੜਾ ਵਧੀਆ ਬਜਟ ਹੈ, ਬੜੀ ਵਧੀਆ ਸਰਕਾਰ ਚੱਲ ਰਹੀ ਹੈ, ਜਿੱਥੇ ਜਾਂਦੇ ਆ ਬੱਲੇ ਬੱਲੇ ਆ। ਔਰ ਮੈਂ ਸਾਰੇ ਸਦਨ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਲੋਕਾਂ ਨੇ ਸਾਨੂੰ ਮੌਕਾ ਦਿੱਤਾ ਹੈ, ਇਸ ਲਈ ਹੰਕਾਰ ਨਹੀਂ ਕਰਨਾ। ਅਜੇ ਤਾਂ ਬਹੁਤ ਕੁਝ ਕਰਨਾ ਪਿਆ ਆ। ਔਰ ਰਾਜਾ ਜੀ ਤੁਸੀਂ ਯੂਨੀਵਰਸਿਟੀ ਦੀ ਗੱਲ ਕਰ ਰਹੇ ਸੀ, ਉਹੀ ਯੂਨੀਵਰਸਿਟੀ ਸਾਨੂੰ ਪੈਂਦੀ ਹੈ ਜੀ। ਉੱਥੇ ਹੀ ਹੋਸਟਲਾਂ 'ਚ ਹੀ ਰਹਿੰਦੇ ਰਹੇ ਆ, ਉੱਥੇ ਦੇ ਇੰਟਰਵਿਊਜ਼ ਕੰਪੀਟੀਸ਼ਨਾਂ 'ਚ ਅਸੀਂ ਜਾਂਦੇ ਰਹੇ ਆ। ਉੱਥੇ ਜਾ ਕੇ ਤਾਂ ਅੱਜ ਵੀ ਸਾਡੀਆਂ ਜਿਹੜੀਆਂ ਪੁਰਾਣੀਆਂ ਯਾਦਾਂ ਨੇ ਤਾਜ਼ਾ ਹੋ ਜਾਂਦੀਆਂ ਨੇ। ਔਰ ਨਾਟ ਫॉर ਓਨਲੀ ਦਿਸ ਸਾਈਡ, ਜੇਕਰ ਪੰਜਾਬ ਦਾ ਇਤਿਹਾਸ ਲਿਖਿਆ ਗਿਆ ਕਿ ਜਦੋਂ ਪੰਜਾਬ ਦੁਬਾਰਾ ਲੀਹ ਤੇ ਚੜਿਆ ਤਾਂ ਉਹਦੇ 'ਚ ਤੁਹਾਡਾ ਸਾਰਿਆਂ ਦਾ ਨਾਮ ਵੀ ਆਊਗਾ ਕਿ ਇਹ ਵੀ ਉਸ ਸਮੇਂ ਸਰਕਾਰ ਨੂੰ ਕਹਿੰਦੇ ਸੀ ਕਿ ਇੱਥੇ ਆਹ ਗਲਤ ਹੈ, ਆਹ ਕਰ ਲਓ, ਆਹ ਸਹੀ ਕਰਨ ਵਾਲਾ, ਇੱਥੇ ਐਵੇਂ ਕਰੋ। ਔਰ ਚੰਗੀਆਂ ਸਰਕਾਰਾਂ ਵੀ ਉਹੀ ਨੇ ਜੋ ਵਿਰੋਧੀਆਂ ਦੇ ਸੁਝਾਵਾਂ ਨੂੰ ਲੈ ਲੈਣ। ਇਹੀ ਤਾਂ ਲੋਕਤੰਤਰ ਦੀ ਖੂਬਸੂਰਤੀ ਹੈ ਜੀ। ਮੰਨਿਆ ਤੁਸੀਂ ਗਿਣਤੀ 'ਚ ਚਾਹੇ 18 ਹੋ ਚਾਹੇ 20 ਹੋ, ਪਰ ਅਸੀਂ ਤੁਹਾਨੂੰ ਇਗਨੋਰ ਨਹੀਂ ਕਰ ਸਕਦੇ। ਇਹਦਾ ਮਤਲਬ ਇਹ ਥੋੜੀ ਨਾ ਵੀ ਅਸੀਂ ਇਗਨੋਰ ਕਰਦੇ, ਅਸੀਂ ਬੋਲਦੇ ਰਹੀਏ ਤੁਸੀਂ ਬੋਲੋ ਨਾ। ਔਰ ਤੁਸੀਂ ਕਹਿ ਰਹੇ ਸੀ ਕਿ ਤੁਹਾਡੇ ਚਿਹਰੇ ਨੇ ਜਿਹੜੇ ਉਹ ਟੀਵੀ ਤੇ ਨਹੀਂ ਆਉਂਦੇ, ਤੁਸੀਂ ਵੈਸੇ ਹੀ ਬਾਹਰ ਜਾ ਕੇ ਬੋਲ ਲੈਂਦੇ ਹੋ। ਪਰ ਮੇਰੀ ਸਪੀਕਰ ਸਾਹਿਬ ਨਾਲ ਗੱਲ ਹੋਈ ਹੈ, ਬਜਟ ਦਾ ਪ੍ਰਬੰਧ ਵਿੱਤ ਮੰਤਰੀ ਨੇ ਕਰਨਾ। ਅਗਲੇ ਸੈਸ਼ਨ ਤੋਂ ਪਹਿਲਾਂ
ਇੱਥੇ ਸਦਨ ਦੇ ਵਿੱਚ ਵੱਡੀਆਂ ਸਕਰੀਨਾਂ, ਤੁਹਾਡੇ ਬੈਂਚਾਂ ਦੇ ਸਾਹਮਣੇ ਕੰਪਿਊਟਰ ਤੇ ਕੈਮਰੇ ਲੱਗ ਜਾਣਗੇ। ਸਾਡੀ ਫੋਟੋ ਤਾਂ ਆਈ ਜੀ। ਵੈਸੇ ਹੀ ਬਹੁਤ ਸੋਹਣੇ ਰਾਜਾ ਸਾਹਿਬ, ਫੋਟੋ ਦਾ ਕੀ ਕਰਨਾ, ਫੋਟੋ ਹੁਣ ਲੋਕਾਂ ਨੇ ਨਹੀਂ ਲਾਈ, ਇਹ ਫਿਰ ਸਾਡੀ ਗਲਤੀ, ਸਾਨੂੰ ਦੋਸ਼ ਨਾ ਦੇਵੇ। ਪਰ ਸਪੀਕਰ ਸਾਹਿਬ ਮੈਂ ਅਖੀਰ 'ਚ ਇਹੀ ਗੱਲ ਕਹੂੰਗਾ ਕਿ ਮੈਨੂੰ ਕਿਸੇ ਨੇ ਕਿਹਾ ਕਿ ਜਿੰਨਾ ਸਮਾਂ ਤੂੰ ਇੱਧਰ ਲਾਇਆ ਤੂੰ ਕਿਸੇ ਕੰਮਕਾਰ ਤੇ ਲਾ ਲੈਂਦਾ। ਸਪੀਕਰ ਸਾਹਿਬ ਅਸੀਂ ਸਾਰੇ, ਸਾਡੇ ਬਹੁਤ ਸਾਰੇ ਮੈਂਬਰ ਸਾਹਿਬਾਨ ਮੋਸਟਲੀ ਨਾਨ ਪੋਲੀਟੀਕਲ ਬੈਕਗ੍ਰਾਉਂਡ ਤੋਂ, ਅਸੀਂ ਸਾਰੇ, ਸਾਨੂੰ ਕੀ ਲੋੜ ਸੀ ਰਿਸਕ ਲੈਣ ਦੀ? ਜੇ ਇਹਨਾਂ ਨੇ ਕੰਮ ਕੀਤੇ ਹੁੰਦੇ ਤਾਂ ਸਾਨੂੰ ਲੋੜ ਹੀ ਨਹੀਂ ਸੀ ਪੰਗਾ ਲੈਣ ਦੀ। ਔਰ ਦਿੱਲੀ ਵੀ ਇਹੀ ਕਹਿੰਦੇ ਸੀ ਕਿ ਚੁਣ ਕੇ ਆਈਏ ਸੜकों पे कानून नहीं बनेंगे, ਅਸੀਂ ਤੇ ਚੁਣ ਕੇ ਆ ਗਏ, ਹੁਣ ਆਪ ਅਗਲੇ ਸੜਕਾਂ ਤੇ ਬੈਠੇ ਨੇ। ਸਪੀਕਰ ਸਾਹਿਬ ਸਾਨੂੰ ਕੀ ਲੋੜ ਸੀ ਰਿਸਕ ਲੈਣ ਦੀ? ਔਰ ਮੇਰੇ ਵਰਗੇ ਨੂੰ ਕਿਸੇ ਨੇ ਕਿਹਾ ਕਿ ਜਿੰਨਾ ਸਮਾਂ ਤੂੰ ਇੱਧਰ ਲਾਇਆ ਕਿਸੇ ਕੰਮਕਾਰ ਤੇ ਲਾ ਲੈਂਦਾ, ਹੁਣ ਤੱਕ ਤੂੰ ਮੇਰਿਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ, ਪੈਸੇ ਨਾਲ ਪੋਜੀਸ਼ਨ ਬਣਦੀ, ਕੋਈ ਕਾਰੋਬਾਰ ਚਲਾ ਲੈਂਦਾ, ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ। ਅੱਗਿਓਂ ਜਵਾਬ ਆਇਆ ਕਿ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ, ਮੈਂ ਪੈਸੇ ਬਹੁਤ ਕਮਾ ਲੈਂਦਾ, ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ, ਪਰ ਰੁੱਖਾਂ ਨਾਲ ਛਾਵਾਂ ਮਿਟਦੀਆਂ, ਇਹ ਸਮਾਂ ਸਭ ਨੂੰ ਢਾ ਲੈਂਦਾ। ਕਿੰਨੇ ਧਨੀ ਹੋ ਤੁਰ ਗਏ, ਕੌਣ ਕਿਸੇ ਦਾ ਨਾਂ ਲੈਂਦਾ, ਕੌਣ ਲਿਖਦਾ ਫਿਰ ਸੱਚੀ ਗੁਰਬਾਣੀ, ਜੇ ਨਾਨਕ ਹੱਟੀ ਪਾ ਲੈਂਦਾ। ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਜੀ? ਕੌਣ ਸੁਧਾਰਦਾ? ਮਲਿਕ ਭਾਗੋ ਤੇ ਭਾਈ ਲਾਲੋ ਦੀ ਰੋਟੀ ਦੇ ਵਿੱਚੋਂ ਫਰਕ ਕੌਣ ਕੱਢਦਾ ਜੀ? ਪਰ ਮੈਨੂੰ ਉਮੀਦ ਹੈ ਕਿ ਜੇਕਰ ਸਭ ਦਾ ਸਾਥ ਰਿਹਾ ਤਾਂ ਇੱਕ ਵਾਰ ਫੇਰ, ਜਿਵੇਂ ਮੈਂ ਪਹਿਲਾਂ ਕਿਹਾ ਕਿ ਭਾਰਤ ਹੈ ਬਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ, ਆਉਣ ਵਾਲੇ ਸਮੇਂ 'ਚ ਉਹ ਨਗ ਦੀ ਚਮਕ ਹੋਰ ਵਧੂਗੀ। ਔਰ ਜਿੰਨੇ ਵੀ ਮੇਰੇ ਕਲੀਗ ਸਾਥੀ ਜਿਨ੍ਹਾਂ ਨੇ ਮੈਨੂੰ ਬੜੇ ਪਿਆਰ ਨਾਲ ਸੁਣਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਸਾਹਿਬਾਨ ਤੇ ਪਿਆਰੇ ਵਿਦਿਆਰਥੀ ਸਾਥੀਓ, ਉਮੀਦ ਹੈ ਤੁਹਾਨੂੰ ਸਾਡਾ ਇਹ ਛੋਟਾ ਜਿਹਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਮੈਂ ਸੋਸ਼ਲ ਸਾਇੰਸ ਸਟੂਡੈਂਟ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਸਾਰੇ ਅਧਿਆਪਕ ਸਹਿਬਾਨ ਤੇ ਵਿਦਿਆਰਥੀ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਆਪਣੇ ਰੁਝੇਵਿਆਂ ਵਿੱਚੋਂ ਕੀਮਤੀ ਸਮਾਂ ਕੱਢ ਕੇ ਇਸ ਪ੍ਰੋਗਰਾਮ ਦੀ ਸ਼ੋਭਾ ਨੂੰ ਵਧਾਇਆ। ਲਾਸਟ ਬਟ ਨਾਟ ਦ ਲੀਸਟ, ਮੈਂ ਵਿਸ਼ੇਸ਼ ਤੌਰ ਤੇ ਸਾਡੇ ਵਿਭਾਗ ਦੇ ਐਚਓਡੀ ਡਾਕਟਰ ਸਤਨਾਮ ਸਿੰਘ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਸਾਨੂੰ ਇਸ ਪ੍ਰੋਗਰਾਮ ਲਈ ਉਤਸ਼ਾਹਿਤ ਕੀਤਾ। ਮੈਂ ਵਿਭਾਗ ਦੇ ਸਤਿਕਾਰਯੋਗ ਅਧਿਆਪਕ ਸਹਿਬਾਨ ਡਾਕਟਰ ਗੁਰਜੀਤ ਕੌਰ, ਡਾਕਟਰ ਗੁਰਵੀਨ ਕੌਰ, ਪ੍ਰੋਫੈਸਰ ਸੰਦੀਪ ਕੌਰ ਤੇ ਡਾਕਟਰ ਸ਼ਵੇਤਾ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਵਿਦਿਆਰਥੀਆਂ ਦੀ ਯੋਗ ਰਹਿਨੁਮਾਈ ਕਰਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਧੰਨਵਾਦ। ਥੈਂਕ ਯੂ ਵੈਰੀ ਮਚ।